ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਲੁਧਿਆਣੇ ਵਿੱਚ ਨਵੇਂ ਜੰਮੇ ਬੱਚੇ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲੇ ਦਾ ਖੁਲਾਸਾ ਸੁੰਨ ਕਰ ਦੇਣ ਵਾਲਾ ਹੈ। ਇੱਕ ਤਾਂ ਇਹ ਹੋ ਸਕਦਾ ਹੈ ਕਿ ਅਸੀਂ ਸਾਰਾ ਕਸੂਰ ਇਸ ਸੌਦੇ ਵਿੱਚ ਸ਼ਾਮਿਲ ਧਿਰਾਂ ਵਿੱਚੋਂ ਲੱਭੀਏ। ਦੂਜਾ ਪੱਖ ਇਹ ਵੀ ਹੋ ਸਕਦਾ ਹੈ ਕਿ ਇਸ ਸੌਦੇਬਾਜ਼ੀ ਨਾਲ ਜੁੜੇ ਰੁਝਾਨ ਦੀਆਂ ਪਰਤਾਂ ਫਰੋਲੀਆਂ ਜਾਣ। ਇਹ ਵੇਖਿਆ ਜਾਏ ਕਿ ਮੌਜੂਦਾ ਸਮਾਜ ਵਿੱਚ ਬੱਚੇ ਕਿਹਨਾਂ ਹਾਲਾਤ ਵਿੱਚ ਨੇ ਅਤੇ ਉਹਨਾਂ ਨਾਲ ਕਿਹੋ ਜਿਹਾ ਵਰਤਾਅ ਕੀਤਾ ਜਾ ਰਿਹਾ ਹੈ। ਇਹ ਵਰਤਾਅ ਹਰ ਪੱਖੋਂ ਵੇਖਣਾ ਹੋਏਗਾ, ਮਾਪਿਆਂ ਵਜੋਂ, ਰਿਸ਼ਤੇਦਾਰਾਂ ਵਜੋਂ, ਦੋਸਤਾਂ ਮਿੱਤਰਾਂ ਵਜੋਂ, ਗੁਆਂਢੀਆਂ ਵਜੋਂ, ਅਧਿਆਪਕਾਂ ਵਜੋਂ, ਸਾਹਿਤਕਾਰਾਂ ਵਜੋਂ, ਫਿਲਮ ਸਾਜ਼ਾਂ ਵਜੋਂ, ਪੱਤਰਕਾਰਾਂ ਵਜੋਂ। ਗੱਲ ਕੀ ਅਸੀਂ ਆਪਣੇ ਆਪ ਨੂੰ ਜਿਵੇਂ ਵੀ ਪਛਾਣਦੇ ਹਾਂ ਉਸੇ ਪਛਾਣ ਵਜੋਂ, ਬਿਨਾਂ ਸ਼ੱਕ ਸਰਕਾਰ ਵਜੋਂ ਵੀ ਅਤੇ ਸਮਾਜ ਵਜੋਂ ਵੀ। ਪੰਜਾਬ ਵਿੱਚ ਕੁੜੀਮਾਰ, ਭਰੂਣ ਹੱਤਿਆ ਅਤੇ ਔਰਤਾਂ ਖਿਲਾਫ ਹਿੰਸਾ ਦਾ ਰੁਝਾਨ ਜਗ ਜ਼ਾਹਰ ਹੈ। ਕੁਝ ਮਾਮਲੇ ਸਵਾਲ ਕਰਦੇ ਨੇ ਕਿ ਕੀ ਇਹ ਰੁਝਾਨ ਇੱਥੋਂ ਤੱਕ ਹੀ ਮਹਿਦੂਦ ਹੈ। ਲੁਧਿਆਣੇ ਵਿੱਚ ਇੱਕ ਨਾਨੇ ਨੇ ਆਪਣੇ ਭੁਜੰਗੀ ਦੋਤੇ ਨੂੰ 45,000 ਰੁਪਏ ਵਿੱਚ ਵੇਚ ਦਿੱਤਾ। ਖਰੀਦਣ ਵਾਲੀ ਨੇ ਅੱਗੇ 2 ਲੱਖ ਵਿੱਚ ਵੇਚ ਦਿੱਤਾ। ਇਸ ਤੋਂ ਬਾਅਦ ਖਰੀਦਣ ਵਾਲੇ ਨੇ 8 ਲੱਖ ਰੁਪਏ ਵਿੱਚ ਵੇਚ ਦਿੱਤਾ। ਇਹ ਸੌਦਾ ਫੇਸਬੁੱਕ ਰਾਹੀਂ ਤੈਅ ਕੀਤਾ ਗਿਆ। ਇਸ ਮਾਮਲੇ ਵਿੱਚ ਕਈ ਗੱਲਾਂ ਧਿਆਨ ਮੰਗਦੀਆਂ ਨੇ। ਜਿਸ ਫੁਰਤੀ ਨਾਲ ਇਹਨਾਂ ਸੌਦਿਆਂ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਸ਼ਾਮਲ ਜੀ ਇਸ ਤਰ੍ਹਾਂ ਦੇ ਧੰਦੇ ਤੋਂ ਜਾਣੂ ਨੇ। ਜੇ ਇਸ ਮਾਮਲੇ ਨੂੰ ਦਿੱਲੀ ਵਿੱਚ 4 ਸਾਲਾ ਬੱਚੀ ਦੇ ਬਲਾਤਕਾਰ ਨਾਲ ਜੋੜ ਕੇ ਵੇਖਿਆ ਜਾਏ ਤਾਂ ਪਤਾ ਲੱਗਦਾ ਹੈ ਕਿ ਬੱਚਿਆਂ ਖਿਲਾਫ ਹਿੰਸਾ ਦਾ ਰੁਝਾਨ ਕਿੰਨਾ ਮੂੰਹ ਜ਼ੋਰ ਹੋ ਗਿਆ ਹੈ। ਪਿਛਲੇ ਦਿਨਾਂ ਵਿੱਚ ਏਸ਼ੀਅਨ ਸੈਂਟਰ ਫਾਰ ਵੂਮਨ ਰਾਈਟਸ ਨੇ ਇਸ ਮਾਮਲੇ ਵਿੱਚ ਰਿਪੋਰਟ ਛਾਪੀ ਹੈ, ਜਿਸ ਤੋਂ ਅਹਿਮ ਖੁਲਾਸੇ ਹੁੰਦੇ ਨੇ। ਬੱਚਿਆਂ ਦੇ ਜਿਸਮਾਨੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਰਿਪੋਰਟ ਮੁਤਾਬਕ 2001 ਤੋਂ 2011 ਤੱਕ ਅਜਿਹੇ ਮਾਮਲਿਆਂ ਵਿੱਚ 336% ਵਾਧਾ ਹੋਇਆ ਹੈ। ਅਹਿਮ ਤੇ ਚਿੰਤਾਜਨਕ ਖੁਲਾਸਾ ਇਹ ਹੈ ਕਿ ਜ਼ਿਆਦਾਤਰ ਮਾਮਲੇ ਜੁਵੇਨਾਈਲ ਜਸਟਿਸ ਹੋਮ ਵਿੱਚ ਵਾਪਰੇ ਨੇ, ਜੋ ਕਿ ਸਰਕਾਰੀ ਮਦਦ ਨਾਲ ਚੱਲਦੇ ਨੇ ਜਾਂ ਸਰਕਾਰ ਆਪ ਚਲਾਉਂਦੀ ਹੈ। 10 ਸਾਲਾਂ ਦੌਰਾਨ ਬੱਚਿਆਂ ਨਾਲ ਬਲਾਤਕਾਰ ਦੇ ਸਭ ਤੋਂ ਜ਼ਿਆਦਾ ਮਾਮਲੇ ਮੱਧ ਪ੍ਰਦੇਸ਼ ਵਿੱਚ ਸਾਹਮਣੇ ਆਏ ਨੇ, ਜਦਕਿ ਪੰਜਾਬ 11ਵੇਂ ਅਤੇ ਹਰਿਆਣਾ 10ਵੇਂ ਨੰਬਰ ਤੇ ਆਉਂਦਾ ਹੈ। ਇਹ ਅੰਕੜੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਹਵਾਲੇ ਨਾਲ ਸਾਹਮਣੇ ਆਏ ਨੇ। ਉਂਝ ਇਹਨਾਂ ਮਾਮਲਿਆਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਬਲਾਤਕਾਰ ਤੋਂ ਇਲਾਵਾ ਹਿੰਸਾ ਦੇ ਹੋਰ ਵੀ ਰੂਪ ਨੇ, ਜੋ ਘਰਾਂ ਤੋਂ ਲੈ ਕੇ ਸਕੂਲਾਂ ਅਤੇ ਹੋਰ ਸਮਾਜਿਕ ਥਾਵਾਂ ਤੇ ਦਰਜ ਹੋ ਰਹੇ ਨੇ। ਇਹਨਾਂ ਹਾਲਾਤ ਵਿੱਚ ਸਰਕਾਰ ਨੇ ਕਈ ਕਾਨੂੰਨੀ ਪੇਸ਼ਬੰਦੀਆਂ ਕੀਤੀਆਂ ਨੇ। ਸਵਾਲ ਇਹੋ ਹੈ ਕਿ ਇਹ ਪੇਸ਼ਬੰਦੀਆਂ ਬੱਚਿਆਂ ਨੂੰ ਹਿੰਸਾ ਤੋਂ ਬਚਾਉਣ ਲਈ ਨਾਕਾਫੀ ਸਾਬਤ ਹੋਈਆਂ ਨੇ। ਕਿ ਸਾਡੇ ਸਮਾਜ ਵਿੱਚ ਕੁਝ ਅਜਿਹਾ ਹੈ ਜੋ ਬੱਚਿਆਂ ਖਿਲਾਫ ਹਿੰਸਾ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ? ਜੇ ਅਜਿਹਾ ਹੈ ਤਾਂ ਇਸ ਨੂੰ ਕਿਵੇਂ ਸਮਝਿਆ ਜਾਏ ਅਤੇ ਇਸ ਨੂੰ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਹੈ? ਕਿਸੇ ਵੀ ਸਮਾਜ ਦੀ ਸੰਵੇਦਨਾ ਤੇ ਸੂਹਜ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨਾਲ ਕਿਸ ਤਰੀਕੇ ਦਾ ਵਿਵਹਾਰ ਕੀਤਾ ਜਾ ਰਿਹਾ ਹੈ। ਜੇ ਇਸ ਨੂੰ ਨਾਪ ਬਣਾ ਲਿਆ ਜਾਏ ਤਾਂ ਉਹ ਸਾਰੇ ਗੀਤ ਝੂਠੇ ਸਾਬਤ ਹੁੰਦੇ ਨੇ ਜੋ ਪੰਜਾਬੀਆਂ ਦੀ ਸ਼ਾਨ ਬਾਬਤ ਗਾਏ ਜਾਂਦੇ ਨੇ। ਪੰਜਾਬ ਵਿੱਚ ਬੱਚਿਆਂ ਦੇ ਗੀਤਾਂ, ਕਹਾਣੀਆਂ ਅਤੇ ਕਿਤਾਬਾਂ ਦੀ ਸਦਾ ਘਾਟ ਰਹੀ ਹੈ। ਹੁਣ ਸਵਾਲ ਇਹ ਹੋ ਗਿਆ ਹੈ ਕਿ ਉਹਨਾਂ ਨੂੰ ਬਣਦਾ ਲਾਡ, ਪਿਆਰ, ਖੁਰਾਕ ਤੇ ਸੁਰੱਖਿਆ ਵੀ ਨਹੀਂ ਮਿਲਦੀ। ਸਰਕਾਰ ਵੱਲੋਂ ਰਾਜ ਦੇ ਨਾਂ ਉੱਤੇ ਕੀਤੀ ਜਾ ਰਹੀ ਸੇਵਾ ਉਹਨਾਂ ਦੇ ਕਿਸੇ ਕੰਮ ਨਹੀਂ ਆਈ। ਕਿਤੇ ਸਮਾਜ ਬੱਚਿਆਂ ਦੀ ਸਰਕਾਰੀ ਤਰਜ਼ ਉੱਤੇ ਸੇਵਾ ਹੀ ਤਾਂ ਨਹੀਂ ਕਰ ਰਿਹਾ। ਇਹਨਾਂ ਸਾਰੇ ਮਸਲਿਆਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਪ੍ਰੋਫੈਸਰ ਮਨਜੀਤ ਸਿੰਘ, ਜੋ ਪੰਜਾਬ ਯੂਨੀਵਰਸਿਟੀ ਵਿੱਚ ਸਮਾਜ ਸ਼ਾਸਤਰ ਪੜ੍ਹਾਉਂਦੇ ਨੇ, ਗਗਨਗੀਤ ਕੌਰ, ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਕਰਦੇ ਨੇ, ਪ੍ਰਮੋਦ ਸ਼ਰਮਾ, ਜੋ ਯੁਵਸੱਤਾ ਨਾਂ ਦੀ ਗੈਰ ਸਰਕਾਰੀ ਸੰਸਥਾ ਨਾਲ ਜੁੜੇ ਹੋਏ ਨੇ ਤੇ ਬੱਚਿਆਂ ਦੇ ਮੁੱਦਿਆਂ ਉੱਤੇ ਕੰਮ ਕਰਦੇ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਮਨਜੀਤ ਜੀ, ਮੈਂ ਤੁਹਾਤੋਂ ਸ਼ੁਰੂ ਕਰਾਂਗਾ। ਜਿਹੜਾ ਇਹ ਮਾਮਲਾ ਸਾਡੇ ਸਾਹਮਣੇ ਆਇਆ, ਇਹਨੂੰ ਤੁਸੀਂ ਇੱਕ ਵੱਖਰਾ ਇੱਕ ਘਟਨਾ ਦੇ ਤੌਰ 'ਤੇ ਤੁਸੀਂ ਦੇਖਦੇ ਹੋ ਜਾਂ ਕਿਸੇ ਰੁਝਾਨ ਦੀ ਲਿਖਾਇਕ ਹੈ ਇਹ ਗੱਲ ਜਿਹੜੀ ਹੈ? ਮੇਰਾ ਖਿਆਲ ਹੈ ਮੀਡੀਆ ਦੇ ਵਿੱਚ ਨਾ ਇੱਕ ਫੈਟ ਬਣ ਜਾਂਦਾ ਕਿ ਕੁਛ ਚੀਜ਼ ਨੂੰ ਅਸੀਂ ਇੱਕਦਮ ਪਿਛਲੇ 1.5 ਸਾਲ 'ਚ ਕਰਪਸ਼ਨ ਦਾ ਸੀਗਾ, ਹੁਣ ਇਸ ਕਿਸਮ ਦਾ ਰੇਪ ਦੇ ਉੱਤੇ ਲਗਾਤਾਰ ਚੱਲਿਆ ਆ, ਇਹ ਖਤਮ ਹੋ ਜਾਊਗਾ, ਫਿਰ ਅਸੀਂ ਕਿਸੇ ਹੋਰ 'ਤੇ ਲੱਗ ਪਵਾਂਗੇ। ਇਸ ਗੱਲ ਨੂੰ ਅਸੀਂ ਕੀ ਕਰ ਰਹੇ ਹਾਂ ਕਿ ਜਿਹੜੇ ਸਮਾਜ ਦੀ ਜਿਹੜਾ ਨਿਗਾਰ ਆ ਚੁੱਕਾ ਸਮਾਜ ਦੇ ਵਿੱਚ, ਜਿਹੜੀ ਇਨਸੈਂਸਿਟਿਵਿਟੀ, ਇਨਹਿਊਮਨ ਸਮਾਜ ਦੇ ਵਿੱਚ ਅਸੀਂ ਇੱਕ ਗੈਰ ਮਨੁੱਖੀ ਕਿਸਮ ਦਾ ਹੈਵਾਨ ਪੈਦਾ ਕਰਤਾ ਇਨਸਾਨ ਦੀ ਜਗ੍ਹਾ। ਉਸ ਦੀਆਂ ਜੜ੍ਹਾਂ ਕੀ ਆ, ਉਸ ਨੂੰ ਅਸੀਂ ਸਵਾਰਨ ਦੀ ਜਗ੍ਹਾ ਉਲਟਾ ਅਸੀਂ ਜਿੱਥੇ ਜਿੱਥੇ ਛੋਟੇ ਛੋਟੇ ਕੋਈ ਸਿੰਪਟਮ ਹੁੰਦੇ ਆ ਉਹਨੂੰ ਅਸੀਂ ਲੈ ਕੇ, ਮੇਰਾ ਮਤਲਬ ਇਹ ਨਹੀਂ ਕਹਿਣ ਦਾ ਬਿਲਕੁਲ ਕਿ ਜਿਹੜੇ ਰੇਪ ਆ ਉਹ ਕਿਤੇ ਉਸ ਨੂੰ ਅਸੀਂ ਇਗਨੋਰ ਕਰੀਏ ਜਾਂ ਹੋਰ ਕਿਸਮ ਦਾ, ਪਰ ਸਮਾਜ ਇਸ ਵੇਲੇ ਜਿਸ ਕਿਸਮ ਦਾ ਇਨਸਾਨ ਅਸੀਂ ਪੈਦਾ ਕਰ ਲਿਆ ਆ ਉਹ ਬਹੁਤ ਹੀ ਗੈਰ ਜ਼ਿੰਮੇਵਾਰ, ਇੱਕ ਹੈਵਾਨ। ਔਰ ਇਹ ਤੁਸੀਂ ਇਹ ਸਮਝ ਲਓ ਕਿ ਜਿਹੜੇ ਆਦਮੀ ਜਿਸ ਤਰ੍ਹਾਂ ਹੁਣ ਪੋਰਨੋ ਹੈ, ਮੇਰਾ ਮਤਲਬ ਕਹਿਣ ਦਾ ਹੈ, ਜਾਂ ਹੋਰ ਇੰਟਰਨੈਟ ਦੀ ਐਕਸੈਸਿਬਿਲਿਟੀ ਆ, ਜਿਹੜਾ ਦਿੱਲੀ ਦੇ ਵਿੱਚ ਇਹ ਪਿੱਛੇ ਰੇਪ ਹੋਇਆ, ਜਿਹੜਾ 4 ਸਾਲ ਦੀ ਬੱਚੀ ਦਾ ਹੋਇਆ ਵੀ ਆ, ਉਹਨਾਂ ਮੁੰਡਿਆਂ ਨੇ ਪਹਿਲਾਂ ਸ਼ਰਾਬ ਪੀਤੀ, ਫਿਰ ਉਹਨਾਂ ਨੇ ਆਪਣੇ ਇਹਦੇ 'ਤੇ ਮੋਬਾਈਲ ਦੇ ਉੱਤੇ ਉਹਨਾਂ ਨੇ
ਪੋਰਨੋ ਦੇਖੀ, ਫਿਰ ਉਹਨਾਂ ਨੇ ਸ਼ਰਾਬ ਪੀਤੀ, ਫਿਰ ਉਹਨਾਂ ਨੇ ਅਟੈਕ ਕੀਤਾ, ਬੱਚੀ ਨੂੰ ਕੀਤਾ। ਮੈਂ ਇਹ ਕਹਿੰਦਾ ਕਿ ਜੇ ਸਮਾਜ ਨੂੰ ਓਵਰਆਲ ਸਵਾਰਾਂਗੇ ਨਹੀਂ, ਇੱਕ ਅਸੀਂ ਇਨਸਾਨ ਦੀ ਜਗ੍ਹਾ ਭੂਤ ਪੈਦਾ ਕਰ ਲਵਾਂਗੇ ਸਮਾਜ ਦੇ ਵਿੱਚ, ਤੇ ਭੂਤ ਤੇ ਫਿਰ ਚੰਬੜਨਗੇ। ਇਸ ਕਰਕੇ ਲੋੜ ਇਸ ਗੱਲ ਦੀ ਹੈ ਕਿ ਇੱਕ ਸੂਝਵਾਨ ਸਮਾਜ ਪੈਦਾ ਕੀਤਾ ਜਾਵੇ ਜਿਹਦੇ ਵਿੱਚ ਇਹੋ ਜਿਹੀਆਂ ਦੁਰਘਟਨਾ ਜਿਹੜੀਆਂ ਅਲੱਗ-ਅਲੱਗ ਫਾਰਮ ਦੇ ਵਿੱਚ, ਮਤਲਬ ਬੰਦੇ ਦੇ ਅੰਦਰ ਦੋਨੇ ਕਿਸਮ ਦੀ ਵਿਰਤੀ ਹੁੰਦੀ ਹੈ, ਚੰਗੇ ਹੋਣ ਦੀ ਵੀ ਤੇ ਮਾੜੇ ਹੋਣ ਦੀ ਵੀ। ਤੁਹਾਨੂੰ ਕੀ ਲੱਗਦਾ ਕਿ ਵੀ ਇਸ ਵੇਲੇ ਜਿਹੜੇ ਬੰਦੇ ਦੇ ਮਾੜੇ ਹੋਣ ਦੀ ਵਿਰਤੀ ਹੈ, ਜਿੱਥੇ ਉਹ ਆਪਣੇ ਨਾਲ ਦੇ ਸਮਾਜਿਕ ਜੀ ਨੂੰ ਬੰਦੇ ਵਜੋਂ ਨਹੀਂ, ਮਤਲਬ ਉਹਨੂੰ ਖਪਤ ਵਜੋਂ ਜਾਂ ਮਤਲਬ ਭੋਗਵਾਦੀ ਬਿਲਕੁਲ ਉਸ ਨਜ਼ਰੀਏ ਤੋਂ ਦੇਖਦਾ, ਤਾਂ ਉਹਨੂੰ ਜ਼ਿਆਦਾ ਉਕਸਾਇਆ ਜਾ ਰਿਹਾ? ਨਹੀਂ, ਸਮਾਜ ਜਿਹੜਾ ਸੀਗਾ, ਜਿਹੜਾ ਹੁਣ ਸਾਡਾ ਪੁਰਾਣਾ ਸਮਾਜ ਸੀ, ਮੈਡੀਵਲ ਸਮਾਜ ਸੀ, ਉਹਦੇ ਵਿੱਚ ਹਰ ਇੱਕ ਬੰਦੇ ਤੇ ਇੱਕ ਨਿਗਾਹ ਸੀ। ਜਿਹੜੀ ਮਾੜੀ ਗੱਲ ਹੁੰਦੀ ਸੀ ਉਹਦੀ ਭਰਸਣਾ ਹੁੰਦੀ ਸੀ। ਇਸ ਕਰਕੇ ਕਿਸੇ ਦੀ ਕੋਈ ਜ਼ਰੂਰਤ ਨਹੀਂ ਸੀ ਮਾੜੀ ਦੁਰਘਟਨਾ ਜਾਂ ਇਹੋ ਜਿਹੀ ਕੋਈ ਬਦਫੈਲੀ ਕਰਨ ਦੀ। ਹਾਲਾਂਕਿ ਲੁਕ ਛਿਪੇ ਉਦੋਂ ਵੀ ਹੁੰਦਾ ਸੀ, ਰੁਕਾਵਟ ਬਿਲਕੁਲ ਖਤਮ ਨਹੀਂ ਹੋ ਸਕਦੀ। ਪਰ ਅੱਜ ਦੇ ਸਮਾਜ ਦੇ ਵਿੱਚ ਜਿਹੜਾ ਅਸੀਂ ਜੜ੍ਹਾਂ ਨਾਲੋਂ ਵੀ ਤੋੜ ਲਿਆ, ਅੱਗੇ ਕਿਤੇ ਫੜਿਆ ਨਹੀਂ ਗਿਆ ਨਾ। ਤੇ ਗਵਰਨਮੈਂਟ ਹੁਣ ਹਰ ਪੁਲਿਸ ਵਾਲਾ ਆਦਮੀ ਹਰ ਘਰ ਦੇ ਵਿੱਚ ਤੇ ਬਿਠਾਉਣੋਂ ਰਹੀ ਕਿ ਤੁਸੀਂ ਸਾਰਿਆਂ ਨੂੰ ਨਿਗਰਾਨੀ ਕਰੋ। ਇਸ ਕਰਕੇ ਇਕੱਲੀ ਲਾਅ ਐਂਡ ਆਰਡਰ ਦੀ ਸਵਾਲ ਨਹੀਂ ਹੈ, ਪੁਲਿਸ ਦਾ ਸਵਾਲ ਨਹੀਂ, ਇੱਕ ਸਮਾਜ ਦਾ ਸਵਾਲ ਹੈ। ਤੇ ਸਮਾਜ ਜਿਸ ਕਿਸਮ ਦੇ ਅਸੀਂ ਇੰਨੀ ਗਰੀਬੀ, ਗੁਰਬਤ, ਦੇਖੋ ਜਿਹੜੀ ਜਿਸ ਕਿਸਮ ਦਾ ਇਨਸਾਨ ਆ, ਉਹ ਪੂਅਰ ਸਿਰਫ ਪੈਸੇ ਵੱਲੋਂ ਹੀ ਨਹੀਂ, ਉਹ ਆਈਡੀਆ ਵੱਲੋਂ, ਉਹ ਕਲਚਰ ਵੱਲੋਂ, ਸੱਭਿਆਚਾਰ ਵੱਲੋਂ, ਉਹ ਵਿਚਾਰ ਵੱਲੋਂ, ਉਹ ਜੀਵਨ ਦੀ ਲਾਲਸਾ ਵੱਲੋਂ, ਉਹ ਇੱਕ ਜੀਵਨ ਦੇ ਫਿਊਚਰ ਵੱਲੋਂ, ਸਾਰੇ ਪਾਸਿਓਂ ਇੱਕ ਗੁਰਬਤ ਭਰਿਆ ਅਸੀਂ ਇਨਸਾਨ ਪੈਦਾ ਕਰ ਲਿਆ, ਜਿਸ ਨੂੰ ਚੰਗਾ ਮਾੜਾ ਜਿਵੇਂ ਸਾਨੂੰ ਦਿਖ ਰਿਹਾ, ਜਿਸ ਤਰ੍ਹਾਂ ਹਮਾਨੀਅਤ ਸਾਨੂੰ ਦਿਖ ਰਹੀ ਆ, ਉਹ ਖੁਦ ਇੱਕ ਹਮਾਨੀਅਤ ਵਾਲਾ ਜੀਵਨ ਜੀ ਰਿਹਾ। ਉਹਨੂੰ ਇਹ ਨਾਰਮਲ ਲੱਗ ਰਿਹਾ। ਜੀ ਗਗਨ, ਕੀ ਕਾਨੂੰਨ ਦੇ ਪੱਖ ਤੋਂ ਵੀ ਕਿਤੇ ਨਾ ਕਿਤੇ ਕੋਈ ਕਮਜ਼ੋਰੀ ਰਹਿ ਗਈ ਹੈ? ਕੀ ਕਾਨੂੰਨ ਆਪਣਾ ਕੰਮ ਨਹੀਂ ਕਰ ਸਕਿਆ ਤਾਂ ਹੀ ਇਸ ਕਿਸਮ ਦਾ ਜਿਹੜਾ ਰੁਝਾਨ ਹੈ ਉਹ ਇੰਨੇ ਮੂੰਹਜੋਰ ਰੂਪ 'ਚ ਸਾਡੇ ਸਾਹਮਣੇ ਆਇਆ ਹੈ? ਮੈਂ ਜਿਵੇਂ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਮੀਡੀਆ ਤੋਂ ਗੱਲ ਸ਼ੁਰੂ ਕੀਤੀ ਹੈ ਕਿ ਮੀਡੀਆ ਦੇ ਵਿੱਚ ਇੱਕ ਹਾਈਪ ਕ੍ਰੀਏਟ ਕਰ ਦਿੰਦੀ ਹੈ, ਬਟ ਮੀਡੀਆ ਦਾ ਜੇ ਅੱਜ ਅਸੀਂ ਰੋਲ ਦੇਖੀਏ, ਜਿੱਥੇ ਕਾਨੂੰਨ ਦੇ ਵਿੱਚ ਕਮੀ ਸੀ, ਜਿਹੜੀ ਪਹਿਲਾਂ ਪਿਛਲੇ ਸਾਲ 16 ਦਸੰਬਰ ਦੀ ਗੱਲ ਹੈ, ਜਦੋਂ ਉਸ ਨਿਰਭਿਆ ਲੜਕੀ ਦਾ ਕੇਸ ਆਇਆ, ਉਸ ਤੋਂ ਬਾਅਦ ਜਿੰਨੀਆਂ ਕਮੀਆਂ ਸੀ ਉਹ ਸਮਾਜ ਨੇ ਹੀ ਪੁਆਇੰਟ ਆਊਟ ਕੀਤੀਆਂ, ਸਮਾਜ ਨੇ ਹੀ ਆਵਾਜ਼ ਚੱਕੀ, ਸਮਾਜ ਨੇ ਹੀ ਜਿਸ ਦੇ ਕਾਰਨ ਉਹ ਕਾਨੂੰਨ ਦੇ ਵਿੱਚ ਕਮੀਆਂ ਜਿਹੜੀਆਂ ਸੀ ਉਹ ਪੂਰੀਆਂ ਕੀਤੀਆਂ ਗਈਆਂ ਤੇ ਜਿਹੜਾ ਕਾਨੂੰਨ ਸੀ ਉਹਦੇ ਵਿੱਚ ਅਮੈਂਡਮੈਂਟ ਹੋਈ। ਇਸ ਲਈ ਇਹ ਇੱਕ ਸਮਾਜ ਹੈ ਜਿਸ ਨੂੰ ਮੀਡੀਆ ਨੇ ਸਮਾਜ ਦੇ ਰੋਸ਼ ਨੂੰ ਦਰਸਾਇਆ। ਇਹ ਗੱਲ ਇਹ ਹੈ ਕਿ ਸਮਾਜ ਹੈ ਜਿਹੜਾ ਉਹ ਉਸ ਗੱਲ ਨੂੰ ਤਾਂ ਉਠਾ ਲੈਂਦਾ ਹੈ, ਜਿਸ ਤਰ੍ਹਾਂ 4 ਸਾਲ ਦੀ ਲੜਕੀ ਦਾ ਰੇਪ ਹੋਇਆ ਜਾਂ ਪਿਛਲੀ ਦਸੰਬਰ ਵਾਲੀ ਘਟਨਾ ਦੀ ਗੱਲ ਹੋ ਜਾਂਦੀ ਹੈ, ਪਰ ਆਪਾਂ ਜਦੋਂ ਸਮਾਜ ਦੇ ਵਿੱਚ ਹੋਰ ਵੀ ਲੁਧਿਆਣੇ ਵਾਲੀ ਇਹਦੇ ਪਿੱਛੇ ਅਸੀਂ ਕਿੰਨਾ ਕੁ ਜਾਗਰੂਕ ਹੋ ਸਕਦੇ ਹਾਂ? ਇਹਦੇ ਵਿੱਚ ਲੁਧਿਆਣਾ ਵੀ ਚੁੱਪ ਹੈ, ਪੰਜਾਬ ਵੀ ਚੁੱਪ ਹੈ, ਦਿੱਲੀ ਵੀ ਚੁੱਪ ਹੈ। ਆਪਾਂ ਜੇ ਕਹੀਏ ਹੋਰ ਅਸੀਂ ਦੇਖਦੇ ਹਾਂ ਕਿ ਡੋਮੈਸਟਿਕ ਜਿਹੜੀਆਂ ਪਿਛੜੇ ਸਟੇਟਾਂ ਤੋਂ, ਰਾਜਾਂ ਤੋਂ, ਝਾਰਖੰਡ, ਬਿਹਾਰ ਜਾਂ ਛੱਤੀਸਗੜ੍ਹ ਤੋਂ ਇੱਥੇ ਘਰਾਂ ਦੇ ਵਿੱਚ ਕੰਮ ਕਰਨ ਨੂੰ ਬੱਚੇ ਜਾਂ ਕੁੜੀਆਂ, ਖਾਸ ਕਰਕੇ ਕੁੜੀਆਂ ਲਿਆਈਆਂ ਜਾਂਦੀਆਂ ਹਨ। ਅੱਜ ਇੱਕ ਸਵੇਰ ਦੀ ਹੀ ਨਿਊਜ਼ ਹੈ ਕਿ ਦਿੱਲੀ ਦੇ ਵਿੱਚ ਮਿਸਟੀਰੀਅਸ ਹਾਲਤ 'ਚ 2 ਝਾਰਖੰਡ ਤੋਂ ਕੁੜੀਆਂ ਜਿਹੜੀਆਂ ਘਰਾਂ 'ਚ ਕੰਮ ਕਰਨ ਲਈ ਲਿਆਈਆਂ ਗਈਆਂ ਸੀ, ਉਹ ਮਿਸਟੀਰੀਅਸ ਰੂਪ 'ਚ ਗਾਇਬ ਹਨ। ਉਹਨਾਂ ਦੇ ਉਰੇ ਇੱਥੇ ਜਦੋਂ ਆਉਂਦੇ ਉਹਨਾਂ ਬਾਰੇ ਸਾਡਾ ਅਰਬਨ ਸਮਾਜ ਹੈ, ਦੇ ਵਿੱਚ ਖਬਰ ਛਪੀ ਹੈ, ਉਸ ਦੀ ਗੱਲ ਕਰ ਰਹੇ ਹੋ? ਜੀ ਹਾਂ। ਉਹ 2 ਉਹਨਾਂ ਦੇ ਵਿੱਚੋਂ ਇੱਕ ਕੁੜੀ ਮਰ ਗਈ ਹੈ ਤੇ ਦੂਜੀ ਮਰਨ ਵਾਲੀ ਹਾਲਤ ਦੇ। ਹਾਂਜੀ, ਮੈਂ ਉਹਦੇ ਬਾਰੇ ਗੱਲ ਕਰ ਰਹੀ ਹਾਂ ਵੀ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਸਾਡੇ ਅਰਬਨ ਸਮਾਜ ਦੇ ਵਿੱਚ ਹੋ ਰਹੀਆਂ ਨੇ, ਉਹਦੇ ਲਈ ਵੀ ਸਮਾਜ ਨੂੰ ਉੱਠਣਾ ਪਵੇਗਾ। ਮਤਲਬ ਇੱਕ ਗੱਲ ਜਿਹੜੀ ਖਾਸ ਤੌਰ ਦੇ ਉੱਤੇ ਇਸੇ ਰੁਝਾਨ ਨੂੰ ਦੇਖ ਕੇ ਜਿਹੜੀ ਬਾਰ-ਬਾਰ ਜਦੋਂ ਖਾਸ ਤੌਰ ਦੇ ਉੱਤੇ ਇਹ ਬਹਿਸ ਚੱਲ ਰਹੀ ਸੀ ਕਿ ਜਿਹੜੀ ਜੁਵਨਾਈਲ ਦੀ ਉਮਰ ਹੈ ਉਹ 18 ਤੋਂ ਘਟਾ ਕੇ 16 ਕੀਤੀ ਜਾਵੇ, ਉਦੋਂ ਬਾਰ-ਬਾਰ ਇਹ ਕਿਹਾ ਰਿਹਾ ਸੀ ਕਿ ਪਿੰਡਾਂ ਦੇ ਵਿੱਚੋਂ ਆਇਆ ਹੋਇਆ ਗਰੀਬ ਤਬਕਾ ਸ਼ਹਿਰਾਂ 'ਚ ਆ ਕੇ ਇਹ ਮਾਹੌਲ ਜਿਹੜਾ ਪੈਦਾ ਕਰਦਾ ਹੈ ਤੇ ਇਸ ਕਿਸਮ ਦੀਆਂ ਵਾਰਦਾਤਾਂ ਕਰਦਾ ਹੈ। ਪਰ ਉਹਦਾ ਜਿਹੜਾ ਦੂਜਾ ਪੱਖ ਜਿਹਦੀ ਤੁਸੀਂ ਨਿਸ਼ਾਨਦੇਹੀ ਕਰ ਰਹੇ ਹੋ ਕਿ ਵੀ ਪਿੰਡਾਂ ਦੇ ਵਿੱਚੋਂ ਜਾਂ ਜਿਹੜੇ ਦੂਰ ਦਰਾਡੇ ਦੇ ਗਰੀਬ ਇਲਾਕਿਆਂ ਦੇ ਵਿੱਚੋਂ ਆਈਆਂ ਹੋਈਆਂ ਕੁੜੀਆਂ ਨਾਲ ਕੀ ਹੁੰਦਾ, ਸ਼ਹਿਰ ਉਹਦੇ ਬਾਰੇ ਚੁੱਪ ਹੈ, ਦੂਜੇ ਬਾਰੇ ਬੋਲ ਰਿਹਾ, ਸ਼ਹਿਰ ਉਹਦੇ ਬਾਰੇ ਚੁੱਪ ਹੈ। ਬਟ ਜਿਹੜੇ ਦੂਜੇ ਰਾਜਾਂ ਤੋਂ ਆ ਕੇ ਜੈਂਡਰ, ਆਪਾਂ ਇਸ ਨੂੰ ਜੈਂਡਰ ਸਮਾਜ ਦੀ ਆਵਾਜ਼ ਜੈਂਡਰ ਡਿਸਕ੍ਰਿਮੀਨੇਸ਼ਨ ਦੇ ਬੇਸ ਤੇ ਅਸੀਂ ਕਰ ਸਕਦੇ ਹਾਂ ਕਿ ਸਾਡਾ ਸਮਾਜ ਜਿਹੜਾ ਪਿਛੜੇ ਰਾਜਾਂ ਤੋਂ ਆ ਕੇ ਜਿਹੜੇ ਅਫੈਂਸ ਹੁੰਦਾ ਉਹਦੇ ਬਾਰੇ ਤਾਂ ਕਾਫੀ, ਜਿਹੜਾ ਸਾਡਾ ਅਰਬਨ ਸਮਾਜ ਸਾਡੇ ਵਿੱਚੋਂ ਹੀ ਅਸੀਂ ਅਫੈਂਸ ਕਰਦੇ ਉਹਦੇ ਬਾਰੇ ਅਸੀਂ ਚੁੱਪ ਰਹਿੰਦੇ। ਹਾਂਜੀ, ਇਹ ਇੱਕ ਬਹੁਤ ਅਹਿਮ ਨੁਕਤਾ ਹੈ। ਪ੍ਰਮੋਦ ਜੀ, ਤੁਸੀਂ ਇਹਨਾਂ ਮੁੱਦਿਆਂ ਦੇ ਉੱਤੇ ਲਗਾਤਾਰ ਕੰਮ ਕਰਦੇ ਰਹੇ ਹੋ। ਸ਼ਹਿਰਾਂ ਦੇ ਵਿੱਚ ਜਿਹੜੀਆਂ ਗੈਰ ਸਰਕਾਰੀ ਸੰਸਥਾਵਾਂ ਨੇ, ਉਹਨਾਂ ਨੇ ਅਧਿਆਪਕਾਂ ਨਾਲ ਵੀ ਜੁੜ ਕੇ ਤੇ ਮਾਪਿਆਂ ਨਾਲ ਵੀ ਜੁੜ ਕੇ ਹੋਰ ਸਮਾਜ ਦੇ ਵੱਖਰੇ ਵੱਖਰੇ ਜੁੱਟ ਬਣਾ ਕੇ ਕਈ ਕਿਸਮ ਦੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੀ ਉਹ ਦਖਲਅੰਦਾਜ਼ੀ ਨਾ ਕਾਫੀ ਰਹੀ ਹੈ ਜਾਂ ਦਖਲਅੰਦਾਜ਼ੀ ਹੋਰ ਜ਼ਿਆਦਾ ਹੋਣੀ ਚਾਹੀਦੀ ਹੈ? ਮੈਨੂੰ ਲੱਗਦਾ ਟਰੂ ਡੈਮੋਕ੍ਰੇਸੀ ਦੀ ਨਿਸ਼ਾਨੀ ਤਾਂ ਇਹੀ ਹੈ ਕਿ ਲੋਕਾਂ ਦੀ ਭਾਗੀਦਾਰੀ ਹਰ ਲੈਵਲ ਤੇ ਹੋਵੇ ਜੀ। ਤੇ ਸ਼ਹਿਰਾਂ ਦੇ ਲੈਵਲ ਤੇ ਇੱਕ ਸਿਵਲ ਡਿਫੈਂਸ ਭਾਗੀਦਾਰੀ ਤਾਂ ਉਸ ਗੱਲ ਦੇ ਵਿੱਚ ਹੋਏਗੀ ਨਾ ਜੋ ਚੱਲ ਰਹੀ ਹੈ। ਹਾਂ, ਨਹੀਂ, ਮੰਨ ਲਓ ਕਿ ਇੱਕ ਯੋਜਨਾ ਲਾਗੂ ਕੀਤੀ ਜਾ ਰਹੀ ਹੈ, ਉਹਨੂੰ ਲਾਗੂ ਕਰਨ ਦੇ ਵਿੱਚ ਭਾਗੀਦਾਰੀ ਹੋ ਸਕਦੀ ਹੈ। ਨਹੀਂ, ਜਿੱਦਾਂ ਅਸੀਂ ਕਿਸੇ ਵੀ ਕ੍ਰਾਈਮ ਨੂੰ, ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਵੈਲਿਊ ਸਿਸਟਮ ਸਾਰਾ ਜਿਹੜਾ ਖਰਾਬ ਹੋ ਗਿਆ ਉਹਦੇ ਉੱਪਰ
ਧਿਆਨ ਦਿਲਾਇਆ ਕਿ ਸਿਵਲ ਡਿਫੈਂਸ ਦਾ ਸਿਸਟਮ ਜਿਹੜਾ ਸ਼ਹਿਰਾਂ ਦੇ ਵਿੱਚ ਹੋਣਾ ਚਾਹੀਦਾ ਲਾਗੂ, ਕਿ ਇੱਕ ਪੈਰਲਲ ਲੋਕੀ ਆਪਣੀ ਜ਼ਿੰਮੇਵਾਰੀ ਸਮਝ ਕੇ ਅੱਗੇ ਆਉਣ ਤੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ, ਤੇ ਇੱਕ ਪੈਰਲਲ ਸਿਸਟਮ ਕਿ ਸਰਕਾਰ ਦੇ ਨਾਲ ਜਿਵੇਂ ਪੁਲਿਸ ਦੇ ਨਾਲ ਲੋਕਾਂ ਦੀ ਭਾਗੀਦਾਰੀ ਉਸ ਸਮਾਜ ਨੂੰ ਬਿਹਤਰ ਬਣਾਉਣ 'ਚ ਉਹ ਪਰ ਅਗਰ ਇਹ ਜਿੱਥੇ ਖਾਸ ਤੌਰ ਦੇ ਉੱਤੇ ਜਦੋਂ ਜਿਵੇਂ ਆਪਾਂ ਲੁਧਿਆਣੇ ਵਾਲੀ ਜਿਹੜੀ ਵਾਰਦਾਤ ਦੀ ਜੇ ਗੱਲ ਕਰੀਏ, ਉੱਥੇ ਬੱਚੇ ਦੇ ਨਾਨੇ ਨੇ ਵੇਚਿਆ, ਹਾਂਜੀ ਹਾਂਜੀ ਉਹਦੇ ਬਾਪੂ ਦੇ ਨਾਲ ਵੇਚਿਆ, ਰਲ ਕੇ ਵੇਚਿਆ। ਉੱਥੇ ਜੇ ਕੋਈ ਜਿਵੇਂ ਮਨਜੀਤ ਹੋਣਾ ਨੇ ਕਿਹਾ ਕਿ ਵੀ ਪੁਲਿਸ ਕੁਛ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਘਟਨਾ ਨਹੀਂ ਹੋ ਜਾਂਦੀ, ਤੇ ਬਾਕੀ ਜਿਹੜਾ ਪੈਰਲਲ ਸਿਸਟਮ ਆ ਉਹ ਵੀ ਕੀ ਕਰ ਸਕਦਾ? ਸਵਾਲ ਕਿਤੇ ਇੱਥੇ ਤਾਂ ਨਹੀਂ ਹੈਗਾ ਕਿ ਵੀ ਅਸੀਂ ਬੰਦਾ ਕਿਸ ਕਿਸਮ ਦਾ ਬਣਾ ਰਹੇ ਹਾਂ ਜੋ ਨਹੀਂ, ਘਰ ਉਹ ਹੈ। ਬੰਦਾ ਇਨ ਆਈਸੋਲੇਸ਼ਨ ਤਾਂ ਨਹੀਂ ਰਹਿ ਰਿਹਾ, ਸਮਾਜ ਦੇ ਵਿੱਚ ਹੀ ਰਹਿ ਰਿਹਾ ਨਾ ਜੀ। ਅਗਰ ਹਰ ਗਲੀ 'ਚ ਹਰ ਮੁਹੱਲੇ 'ਚ ਕੁਝ ਬੰਦੇ ਐਕਟਿਵ ਹੋਣ, ਉਹਨਾਂ ਦਾ ਇੱਕ ਪੂਰਾ ਆਪਣਾ ਸਮੂਹ ਸ਼ਹਿਰ ਦੇ ਵਿੱਚ ਐਕਟਿਵ ਹੋਵੇ, ਤੇ ਇਹੋ ਜਿਹੀ ਘਟਨਾ ਕਿਸੇ ਪਿੰਡ 'ਚ ਸ਼ਹਿਰ 'ਚ ਨਹੀਂ ਹੋ ਸਕਦੀ। ਜਦ ਤੱਕ ਲੋਕੀ ਸਿਰਫ ਆਪਣੀ ਜ਼ਿੰਮੇਵਾਰੀ ਵੋਟ ਪਾਉਣ ਤੱਕ ਰੱਖਣ, ਬਾਕੀ 5 ਸਾਲ ਭੁੱਲ ਜਾਣ ਕਿ ਸਾਡੀ ਉਸ 'ਚ ਕੋਈ ਸ਼ਾਮਲੀਅਤ ਨਹੀਂ ਹੈਗੀ ਹੈ, ਤੇ ਜਦ ਤੱਕ ਸਮਾਜ ਸਾਰੇ ਲੋਕ ਮਿਲ ਕੇ ਨਹੀਂ ਕਰਨਗੇ ਤਾਂ ਇਦਾਂ ਤਾਂ ਇਹ ਸਮੱਸਿਆਵਾਂ ਤਾਂ ਹੁਣ ਦਿਨ ਪਰ ਦਿਨ ਅੱਗੇ ਵਧਦੀਆਂ ਜਾ ਰਹੀਆਂ। ਪੈਸਾ ਇੰਨਾ ਪ੍ਰਧਾਨ ਹੋ ਗਿਆ ਹਰ ਜਗ੍ਹਾ, ਕੋਈ ਵੈਲਿਊ ਸਿਸਟਮ ਰਿਹਾ ਨਹੀਂ, ਤੇ ਉਹਨੂੰ ਦੁਬਾਰਾ ਕਰਨ ਲਈ ਮੈਨੂੰ ਲੱਗਦਾ ਲੋਕਾਂ ਪਰ ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ ਵੀ ਸਾਰੀਆਂ ਚੀਜ਼ਾਂ ਦੇ ਉੱਤੇ ਪੈਸਾ ਪ੍ਰਧਾਨ ਹੈ, ਹਾਂਜੀ ਹਾਂਜੀ ਤੇ ਜਿਹੜੀ ਸਮਾਜਿਕ ਕਦਰਾਂ ਕੀਮਤਾਂ ਕਿਤੇ ਨਾ ਕਿਤੇ ਗੈਰ ਹਾਜ਼ਰ ਨੇ ਜਾਂ ਲਗਾਤਾਰ ਉਹਨਾਂ ਨੂੰ ਉਹ ਹਾਸ਼ੀਏ ਤੇ ਜਾ ਰਹੀਆਂ ਨੇ, ਨਜ਼ਰਅੰਦਾਜ਼ ਹੋ ਰਹੀਆਂ ਨੇ, ਉਸ ਹਾਲਾਤ ਦੇ ਵਿੱਚ ਆਪਾਂ ਕਿਹੜੇ ਬੰਦੇ ਤੋਂ ਤਵੱਕੋ ਕਰਦੇ ਹਾਂ ਕਿ ਵੀ ਉਹ ਆਪਣੇ ਘਰ ਤੋਂ ਬਾਹਰ ਨਿਕਲ ਕੇ, ਜਿਨ੍ਹਾਂ ਘਰਾਂ ਦੇ ਵਿੱਚ ਬੱਚੇ ਸੁਰੱਖਿਅਤ ਨਹੀਂ, ਔਰਤਾਂ ਸੁਰੱਖਿਅਤ ਨਹੀਂ, ਘਰੇਲੂ ਹਿੰਸਾ ਹੋ ਰਹੀ ਹੈ, ਉਹ ਜਾ ਕੇ ਗਵਾਂਢੀ ਦੇ ਬੱਚੇ ਦੀ ਜਾਂ ਉਹ ਤੋਂ ਅਗਲੇ ਦੀ ਜਾਂ ਸੜਕ ਤੇ ਮਿਲਦੇ ਕਿਸੇ ਦੀ ਕੋਈ ਮਦਦ ਕਰੇਗਾ? ਕਿਸ ਤੋਂ ਤਵੱਕੋ ਕਰਦੇ ਹਾਂ? ਦਿੱਲੀ 'ਚ ਇੱਕ ਭਾਗੀਦਾਰੀ ਸਿਸਟਮ ਲਾਗੂ ਕੀਤਾ ਗਿਆ, ਉਹ ਉਹਨਾਂ ਇਫੈਕਟਿਵਲੀ ਉਹਨੇ ਕੰਮ ਨਹੀਂ ਕੀਤਾ, ਨਹੀਂ ਤਾਂ ਜਿਹੜੀ ਘਟਨਾਵਾਂ ਹੋਈਆਂ ਉਹ ਨਾ ਹੁੰਦੀਆਂ। ਭਾਗੀਦਾਰੀ ਸਿਸਟਮ 'ਚ ਜਿਹੜੀ RWA ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਸੀਗੀਆਂ, ਜਿਹੜਾ ਬੀਟ ਦਾ ਪੁਲਿਸ ਕਾਂਸਟੇਬਲ ਇੰਚਾਰਜ ਆ, ਜਿਹੜਾ ਹਰੇਕ ਘਰ 'ਚ ਜਾ ਰਿਹਾ ਹੈਗਾ, ਉਹਦੇ ਨਾਲ ਉਸ ਗਲੀ ਮੁਹੱਲੇ ਦੀ ਜ਼ਿੰਮੇਵਾਰੀ ਉਹਦੇ ਗਲੀ ਮੁਹੱਲੇ ਦੇ ਲੋਕਾਂ ਨੇ ਵੀ ਲਈ ਕਿ ਸਾਰੇ ਮਿਲ ਕੇ ਇੱਕ ਸਿਸਟਮ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਕੰਮ ਕਰੀਏ। ਤੇ ਇਦਾਂ ਹੀ ਇੱਥੇ ਸ਼ਹਿਰਾਂ 'ਚ ਵੀ, ਪੰਜਾਬ 'ਚ, ਪਿੰਡਾਂ 'ਚ ਉਹ ਸਿਸਟਮ ਨੂੰ ਸਿਵਲ ਡਿਫੈਂਸ ਅਸੀਂ ਕਹਿੰਦੇ ਆ ਕਿ ਉਹਨੂੰ ਅਗਰ ਐਕਟਿਵਲੀ ਜੋੜਿਆ ਜਾਵੇ, ਜਿਹੜਾ ਗਵਰਨੈਂਸ ਦਾ ਸਿਸਟਮ ਹੈ ਉਹਦੇ ਨਾਲ, ਤੇ ਲੋਕੀ ਤੇ ਸਰਕਾਰ ਤੇ ਪੁਲਿਸ ਸਾਰੇ ਮਿਲ ਕੇ ਇੱਕ ਮਾਹੌਲ ਬਣਾਉਣ 'ਚ ਕੰਮ ਕਰ ਸਕਦੇ। ਮੈਂ ਹਾਂਜੀ ਇੱਥੇ ਥੋੜਾ ਜਿਹਾ ਕੁਝ ਕਹਿਣਾ ਚਾਹ ਰਹੀ ਹਾਂ ਕਿ ਆਪਾਂ ਜੇ ਲੁਧਿਆਣੇ ਵਾਲੀ ਘਟਨਾ ਨੂੰ ਮੁੱਖ ਰੱਖਦੇ ਹੋਏ ਗੱਲ ਕਰ ਰਹੇ ਹਾਂ, ਚਾਈਲਡ ਅਬਿਊਜ਼ 4 ਤਰ੍ਹਾਂ ਨਾਲ ਮੇਨਲੀ ਆਪਾਂ ਮੰਨਦੇ ਹਾਂ, ਫਿਜ਼ੀਕਲੀ, ਇਮੋਸ਼ਨਲੀ ਔਰ ਉਸਨੂੰ ਸੈਕਸੁਅਲੀ ਐਂਡ ਨੈਗਲੈਕਟਿੰਗ। ਹੁਣ ਜਦੋਂ ਅਸੀਂ ਜਿਹੜਾ ਇਹ ਕੇਸ ਦੇਖੀਏ ਜਾਈਏ ਤਾਂ ਇੱਕ ਨੈਗਲੈਕਟਿੰਗ ਹੈ। ਨੈਗਲੈਕਟਿੰਗ ਇੱਕ ਇੰਨਾ ਵਾਸਟ ਏਰੀਆ ਹੈ ਕਿ ਆਪਾਂ ਦੇਖ ਸਕਦੇ ਹਾਂ ਕਿ ਬੱਚੇ ਨੂੰ ਆਪਾਂ ਕਿਸ ਤਰ੍ਹਾਂ ਨੈਗਲੈਕਟ ਕਰ ਰਹੇ ਹਾਂ। ਇਹ ਤਾਂ ਇੱਕ ਨੈਗਲੈਕਟ ਤਾਂ ਹੁੰਦਾ ਬੱਚੇ ਨੂੰ ਕੱਪੜੇ ਨਾ ਦੇਣਾ, ਬੱਚੇ ਨੂੰ ਪੜ੍ਹਾਈ ਲਈ ਨਾ ਪੂਰੀ ਤੁਸੀਂ ਉਹਨੂੰ ਸਹੂਲੀਅਤ ਦੇਣੀ, ਜਾਂ ਜਿਹੜੀਆਂ ਜ਼ਰੂਰੀ ਬੇਸਿਕ ਚੀਜ਼ਾਂ ਨੇ, ਇੱਥੇ ਤਾਂ ਉਸ ਦੇ ਮਾਂ-ਬਾਪ, ਉਸਦੇ ਨਾਨੇ ਨੇ ਹੀ ਵੇਚ ਦਿੱਤਾ। ਜਿਹੜੀ ਚਾਈਲਡ ਅਬਿਊਜ਼ ਹੈ ਉਹ ਮੇਨਲੀ ਉਸਦੇ ਜੋ ਉਸਦਾ ਪੇਰੈਂਟਸ ਵੱਲੋਂ ਜਾਂ ਉਸਦਾ ਕੇਅਰ ਟੇਕਰ ਵੱਲੋਂ, ਮਤਲਬ ਉਹ ਉੱਥੇ ਹੋਈ ਆ ਜਿੱਥੇ ਕੋਈ ਆਵਾਜ਼ ਮਾਰਨ ਵਾਲਾ ਨਹੀਂਗਾ। ਆਵਾਜ਼ ਜਿੱਥੇ ਜਿਹੜੀ ਚਾਈਲਡ ਅਬਿਊਜ਼ ਹੁੰਦੀ ਹੈ ਹਮੇਸ਼ਾ ਪੇਰੈਂਟ ਜਾਂ ਕੇਅਰ ਟੇਕਰ ਵੱਲੋਂ ਮੰਨੀ ਜਾਂਦੀ ਹੈ, ਜੋ ਆਪਾਂ ਆਮ ਇਸ ਨੂੰ ਸਟੱਡੀ ਕੀਤਾ ਜਾਂਦਾ ਹੈ। ਪ੍ਰੋਫੈਸਰ ਮਨਜੀਤ ਸਿੰਘ ਜੀ ਪਿਛਲੇ ਦਿਨਾਂ 'ਚ ਏਸ਼ੀਅਨ ਸੈਂਟਰ ਫॉर ਹਿਊਮਨ ਰਾਈਟਸ ਦੀ ਜਿਹੜੀ ਰਿਪੋਰਟ ਆਈ ਹੈ, ਉਹਨੇ ਇਹ ਕਿਹਾ ਕਿ ਵੀ ਹਿੰਦੁਸਤਾਨ ਦੇ ਵਿੱਚ ਜਿਹੜੀ ਬੱਚਿਆਂ ਦੇ ਖਿਲਾਫ ਜਿਹੜੀ ਹਿੰਸਾ ਹੁੰਦੀ ਹੈ ਉਹਦਾ ਵੱਡਾ ਹਿੱਸਾ ਯੂਵਨਾਈਲ ਹੋਮਸ ਦੇ ਵਿੱਚ ਹੁੰਦਾ, ਜਿਨ੍ਹਾਂ ਦਾ ਮੁੱਖ ਰੂਪ ਦੇ ਵਿੱਚ ਕੰਮ ਇਹ ਹੈ ਕਿ ਉਹਨਾਂ ਨੂੰ ਉਹ ਸੁਰੱਖਿਆ ਮੁਹੱਈਆ ਕਰਨ। ਮਨਜੀਤ ਜੀ, ਤੁਸੀਂ ਗੱਲ ਕੀਤੀ ਕਿ ਜਿਸ ਕਿਸਮ ਦਾ ਮਾਹੌਲ, ਜਿਸ ਕਿਸਮ ਦਾ ਸਮਾਜ ਅਸੀਂ ਸਿਰਜ ਲਿਆ, ਜਿਸ ਕਿਸਮ ਦਾ ਬੰਦਾ ਅਸੀਂ ਬਣਾ ਰਹੇ ਹਾਂ, ਤੇ ਜਿਸ ਕਿਸਮ ਨਾਲ ਉਹਦੇ ਵਿੱਚੋਂ ਜਿਹੜੀਆਂ ਸਮਾਜਿਕ ਕਦਰਾਂ ਕੀਮਤਾਂ ਨੇ ਉਹ ਲਗਾਤਾਰ ਘਟ ਰਹੀਆਂ ਨੇ ਜਾਂ ਗੈਰ ਹਾਜ਼ਰ ਹੋ ਰਹੀਆਂ ਨੇ, ਉਸ ਮਾਹੌਲ ਦੇ ਵਿੱਚ ਜਿਹੜੀ ਇਹ ਨੁਸਖਾ ਪੇਸ਼ ਕਰ ਰਹੇ ਨੇ ਆਪਣੇ ਪ੍ਰਮੋਦ ਜੀ, ਉਹ ਕੋਈ ਅਸਰਅੰਦਾਜ਼ ਹੋ ਸਕਦਾ ਕਿਸੇ ਰੂਪ ਦੇ ਵਿੱਚ? ਦੇਖੋ, ਇਹਨਾਂ ਦਾ ਕਹਿਣਾ ਹੈ ਕਿ ਜੇ ਲੋਕਾਂ ਨੂੰ ਉੱਪਰੋਂ ਨਾ ਰੂਲ ਕੀਤਾ ਜਾਏ, ਲੋਕਾਂ ਨੂੰ ਖੁਦ ਉਹਦੇ 'ਚ ਇਨਵੋਲਵ ਕੀਤਾ ਜਾਏ, ਇਹ ਕਿਸੇ ਹੱਦ ਤੱਕ ਤੇ ਇਹ ਠੀਕ ਹੈਗਾ। ਪਰ ਮੈਨੂੰ ਇਹ ਲੱਗਦਾ ਕਿ ਪ੍ਰੈਕਟੀਕਲੀ ਜੇ ਦੇਖਿਆ ਜਾਏ, ਜਿਸ ਤਰ੍ਹਾਂ ਦਾ ਸਿਸਟਮ ਸਾਡਾ ਚੱਲ ਰਿਹਾ, ਇਕੱਲੀ ਪਾਰਟਿਸਿਪੇਸ਼ਨ ਨਹੀਂ ਹੈ। ਤੁਸੀਂ ਪੰਚਾਇਤਾਂ ਦਾ ਹੀ ਹਾਲ ਦੇਖ ਲਓ, ਪੰਚਾਇਤਾਂ ਦੀ ਪਾਰਟਿਸਿਪੇਸ਼ਨ, ਭਾਗੀਦਾਰੀ ਦਾ ਅਸੀਂ ਇਸੇ ਕਰਕੇ ਏਡਾ ਵੱਡਾ ਸਿਸਟਮ 1951 ਤੋਂ ਹੁਣ ਤੱਕ ਲੱਗੇ ਹੋਏ ਹਾਂ, ਪਰ ਅਸੀਂ ਉਹਨੂੰ ਇਫੈਕਟਿਵਲੀ ਇੱਕ ਵੀ ਪਾਵਰ ਦਿੱਤੀ ਹੀ ਨਹੀਂ। ਰਾਦਰ ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਲਗਾਤਾਰ ਵੱਧ ਰਹੀਆਂ। ਮੈਂ ਇੱਕ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਵੀ ਖਾਸ ਤੌਰ ਦੇ ਉੱਤੇ ਜਿਹੜੇ ਲੁਧਿਆਣੇ ਵਾਲੀ ਘਟਨਾ ਹੈ, ਆਮ ਤੌਰ ਦੇ ਉੱਤੇ ਜਦੋਂ ਵੀ ਇਦਾਂ ਦੀ ਵਾਰਦਾਤ ਹੁੰਦੀ ਆ, ਅਸੀਂ ਉਹਦਾ ਤੁਰੰਤ ਰੂਪ ਦੇ ਵਿੱਚ ਕੋਈ ਨਾ ਕੋਈ ਉਹਦਾ ਇਹ ਬਣਾਉਂਦੇ ਹਾਂ ਕਿ ਵੀ ਇਸ ਕਾਰਨ ਹੋਈ। ਕਾਰਨ ਹੁੰਦੇ ਨੇ ਕਿ ਵੀ ਜੀ ਗਰੀਬ ਨੇ, ਜੀ ਇਹਨਾਂ ਨੂੰ ਅਕਲ ਨਹੀਂ ਹੈਗੀ, ਜਾਂ ਉਹਨਾਂ ਦੀਆਂ ਮਜਬੂਰੀਆਂ ਸੀ। ਦੋਵੇਂ ਪਾਸਿਓਂ ਹੋ ਸਕਦੀਆਂ ਨੇ, ਮਜਬੂਰੀਆਂ ਵੀ ਨਹੀਂ, ਅਕਲ ਦੀ ਘਾਟ ਵੀ ਹੋ ਸਕਦੀ ਹੈ, ਜਾਂ ਮਾਹੌਲ ਹੀ ਇੱਦਾਂ ਸੀ, ਜਾਂ ਬੱਚੇ ਵਾਧੂ ਸੀਗੇ। ਇਸ ਪੂਰੀ ਘਟਨਾ ਦੇ ਵਿੱਚ ਜੇ ਆਪਾਂ 3 ਬੰਦੇ ਦੇਖੀਏ, ਪਹਿਲਾਂ ਜਿਹਨੇ ਵੇਚਿਆ ਉਹਨੂੰ ਆਪਾਂ ਗਰੀਬ ਤਬਕਾ ਰੱਖ ਲੈਂਦੇ ਹਾਂ, ਜਿਹਨੇ ਖਰੀਦ ਕੇ ਗਾਹਾਂ ਵੇਚਿਆ ਉਹਨੂੰ ਮੱਧ ਵਰਗ ਮੰਨ ਲੈਂਦੇ ਹਾਂ, ਜਿਹਨੇ 8 ਲੱਖ ਰੁਪਈਆ
ਖਰਚ ਕੇ ਬੱਚਾ ਗਾਹਾਂ ਦਿੱਲੀ 'ਚ ਖਰੀਦਿਆ, ਉਹ ਤਾਂ ਅਮੀਰ ਆਦਮੀ ਹੈ ਨਾ। ਹੁਣ ਤਾਂ ਸਾਰੇ ਤਬਕੇ ਇਸ ਕਿਸਮ ਦੇ ਰੁਝਾਨ ਦੇ ਵਿੱਚ ਲੱਗੇ ਹੋਏ ਨੇ। ਇਹ ਗੱਲ ਠੀਕ ਹੈ। ਮੈਨੂੰ ਇਹ ਲੱਗਦਾ ਕਿ ਦੇਖੋ ਜਿਹੜਾ ਇਹਦੇ 'ਚ ਨਿਰਬਲ ਹੈ ਸਮਾਜ ਦੇ ਵਿੱਚ, ਜਿਹੜਾ ਹਾਸ਼ੀਏ 'ਤੇ ਹੈ, ਉਹਦੀ ਕਦੀ ਵੀ ਸੇਧ ਨਹੀਂ ਹੈ। ਔਰ ਬੱਚੇ ਇੱਕ ਇਹੋ ਜਿਹੀ ਚੀਜ਼ ਹੈ ਕਿ ਜਿਹੜੇ ਬਿਲਕੁਲ ਹੀ ਨਿਰਬਲ ਹੈ ਹਰ ਲੈਵਲ ਤੇ। ਹਾਲੇ ਤਾਂ ਉਹਨੇ ਬੋਲਣਾ ਵੀ ਸਿੱਖਣਾ ਹੈ। ਸਰੀਰਕ ਲੈਵਲ ਤੇ ਨਿਰਬਲ ਆ, ਇੰਟੈਲੀਜੈਂਸ ਵਿਜ਼ਨ ਦੇ ਲੈਵਲ ਤੇ ਨਿਰਬਲ ਆ, ਉਹਨਾਂ ਦਾ ਪੈਸੇ ਵੱਲੋਂ ਨਿਰਬਲ ਆ, ਹਰ ਕਿਸਮ ਦੀ ਉਹਨਾਂ ਦੀ ਡਿਪੈਂਡੈਂਸ ਆ। ਤੇ ਮੇਰਾ ਖਿਆਲ ਹੈ ਕਿ ਜੇ ਪੂਰਾ ਸਮਾਜ ਅਸੀਂ ਉਹਨਾਂ ਨੂੰ, ਜਿਸ ਤਰ੍ਹਾਂ ਬੱਚੇ ਨੂੰ ਦੇਸ਼ ਦਾ ਧਨ ਅਸੀਂ ਆਪਣੀ ਟ੍ਰੈਡੀਸ਼ਨ 'ਚ ਕਹਿੰਦੇ ਸੀ, ਉਹਨੂੰ ਧਨ ਮੰਨ ਕੇ, ਦੇਸ਼ ਦਾ ਫਿਊਚਰ ਮੰਨ ਕੇ ਉਹਨਾਂ ਨੂੰ ਗਲੇ ਲਾ ਕੇ ਨਹੀਂ ਚੱਲਾਂਗੇ। ਅੱਜ ਦੀ ਹਾਲਤ ਵਿੱਚ ਆ ਤੁਸੀਂ ਬੱਚੇ ਲਾਈਟਾਂ ਦੇ ਉੱਤੇ ਭੀਖ ਮੰਗ ਰਹੇ ਆ, 2-2 ਪੈਸੇ ਲਈ ਉਹ ਕਰ ਰਹੇ ਆ, ਨੰਗੇ ਪੈਰ ਧੁੱਪ ਦੇ ਵਿੱਚ, ਜੂਨ ਦੇ ਵਿੱਚ। ਮੈਂ ਪਰਸੋਂ ਮੰਡੀ ਦੇ ਸਬਜ਼ੀ ਮੰਡੀ ਦੇ ਵਿੱਚ ਸੀ, ਉੱਥੇ ਨਿੱਕੇ ਨਿੱਕੇ ਨਿਆਣੇ ਸੀ, ਇੱਕ 8-9 ਸਾਲ ਦੀ ਕੁੜੀ ਸੀ, ਇੱਕ 7 ਸਾਲ ਦਾ ਬੱਚਾ ਸੀਗਾ। ਉਹ ਜਗ੍ਹਾ ਜਗ੍ਹਾ ਤੇ ਸਬਜ਼ੀ ਮੰਗਦੇ ਫਿਰਦੇ ਸੀ। ਮੈਂ ਇਹ ਕਹਿੰਦਾ ਕਿ ਉਹ ਬੱਚਿਆਂ ਦਾ ਜੀਵਨ ਇੱਕ ਜਾਨਵਰ ਨਾਲੋਂ ਵੀ ਬਦਤਰ ਜੀਵਨ ਆ। ਜਦੋਂ ਉਹਨਾਂ ਦੇ ਨਾਲ ਕੁਝ ਹੁੰਦਾ ਫਿਰ ਅਸੀਂ ਹਾਲ ਦਵਾਈ ਮਚਾਉਂਦੇ ਆ, ਪਰ ਉਹਨਾਂ ਦੀ ਇੰਨੀ ਜਿਹੜੀ ਉਹਨਾਂ ਨਾਲ ਜੋ ਹੁੰਦਾ ਹੈ ਉਹ ਅੱਧ ਤੋਂ ਵੱਧ ਤਾਂ ਸਾਡੇ ਧਿਆਨ ਦੇ ਵਿੱਚ ਹੀ ਨਹੀਂ ਆਉਂਦਾ। ਜੋ ਰਾਤ ਬਰਾਤੇ ਆਥਣ ਸਵੇਰ ਉਹਨਾਂ ਨਾਲ ਹੁੰਦਾ ਉਹ ਸਾਡੇ ਧਿਆਨ 'ਚ ਨਹੀਂ ਆਉਂਦਾ। ਸਾਡੇ ਧਿਆਨ ਦੇ ਵਿੱਚ ਉਦੋਂ ਹੀ ਆਉਂਦਾ ਜਦੋਂ ਸੜਕ ਹਾਦਸੇ ਵਿੱਚ ਉਹ ਮਾਰੇ ਜਾਂਦੇ ਨੇ, ਜਦੋਂ ਰੌਲਾ ਪੈਂਦਾ। ਦਿੱਲੀ ਦੇ ਵਿੱਚ ਉਹ ਉਦੋਂ ਹੀ ਧਿਆਨ ਦੇ ਵਿੱਚ ਆਏ ਸੀਗੇ ਜਦੋਂ ਉੱਥੇ ਬੰਬ ਚੱਲਿਆ ਸੀਗਾ ਤੇ ਉਹ ਬੱਚੇ ਮਾਰੇ ਗਏ ਸੀ, ਤੇ ਉਹਨਾਂ ਦਾ ਕੋਈ ਮੁਆਵਜ਼ੇ ਦੀ ਗੱਲ ਨਹੀਂ। ਇਸ ਕਰਕੇ ਜੇ ਅਸੀਂ ਮੁੱਖ ਜਿਹੜਾ ਇਸ ਵੇਲੇ ਮੁੱਦਾ ਆ ਕਿ ਇਨਸਾਨ ਨੂੰ ਇਨਸਾਨ ਸਮਝ ਕੇ ਉਹਨੂੰ ਇੱਕ ਅਪਰਚੁਨਿਟੀ ਤੇ ਇਨਸਾਨ ਤੌਰ ਤੇ ਜੀਣ ਦੀ ਦਿੱਤੀ ਜਾਵੇ। ਜਦ ਉਹ ਬਣਾਈ ਤੁਸੀਂ ਉਹਨਾਂ ਨੂੰ ਖੁਦ ਵੀ ਬੱਚਿਆਂ ਨੂੰ ਨਹੀਂ ਪਤਾ ਕਿ ਵੀ ਆਰ ਅਬਿਊਜ਼ ਚਿਲਡਰਨ, ਉਹ ਤੇ ਖੁਦ ਹੀ ਉਹਨਾਂ ਨੂੰ ਲੱਗਦਾ ਕਿ ਜੀਵਨ ਦਾ ਨੈਚੁਰਲ ਤਾਣਾ ਬਾਣਾ ਹੀ ਇਹੋ ਜਿਹਾ ਹੈਗਾ ਕਿ ਜਦੋਂ ਸੋਝੀ ਹੀ ਬੱਚੇ ਨੇ ਉਸ ਹਾਲਤ 'ਚ ਸੰਭਾਲੀ ਹੈ ਤੇ ਇਹਦੇ ਵਿੱਚ ਉਹਦਾ ਤਾਂ ਕੋਈ ਕਸੂਰ ਨਹੀਂ, ਉਹਦਾ ਕੋਈ ਕਸੂਰ ਨਹੀਂ ਹੈ। ਇਸ ਕਰਕੇ ਜਿਸ ਕਿਸਮ ਦਾ ਅਸੀਂ ਸੱਭਿਆਚਾਰ ਸੰਸਕਾਰ ਗੁਰਬਤ ਦੇ ਵਿੱਚ ਪੈਦਾ ਕਰ ਲਾਂਗੇ, ਜਦੋਂ ਉੱਥੇ ਇਹੋ ਜਿਹੀ ਹਮਾਨੀਅਤ ਵਰਗੇ ਸਾਰੇ ਜਿਹੜੇ ਐਕਸ਼ਨ ਹੋਣਗੇ, ਭਾਵੇਂ ਉਹ ਸੈਕਸ਼ੂਅਲ ਅਬਿਊਜ਼ ਆ, ਭਾਵੇਂ ਫਿਜ਼ੀਕਲ ਅਬਿਊਜ਼ ਆ, ਭਾਵੇਂ ਔਰਤਾਂ ਨੂੰ ਕੁੱਟਣ ਦਾ ਹੈ, ਭਾਵੇਂ ਦਾਰੂ ਪੀ ਕੇ ਸ਼ਾਮ ਨੂੰ ਝਗੜੇ ਕਰਨ ਦਾ ਹੈ, ਇਸ ਕਿਸਮ ਦਾ ਜਿਹੜਾ ਗੈਰ ਇਨਸਾਨੀ ਬਿਹੇਵੀਅਰ ਹੈ, ਵਰਤਾਰਾ ਜਿਹੜਾ ਇਹਨਾਂ ਝੁੱਗੀਆਂ ਚੌਂਪੜੀਆਂ ਜਾਂ ਗਰੀਬ ਜਾਂ ਉਹਨਾਂ ਮਾਰਜਨਲਾਈਜ਼ ਸਪੇਸਿਸ ਦੇ ਵਿੱਚ ਹੁੰਦਾ ਆ, ਜਦੋਂ ਉਹ ਸਾਡੇ ਦੇ ਆਣ ਕੇ ਡਿੱਗਦਾ, ਕਦੀ ਉਹ ਗੱਜ ਸਾਡੇ ਤੇ ਵੀ ਡਿੱਗਦਾ, ਮਿਡਲ ਕਲਾਸ ਤੇ ਡਿੱਗਦਾ, ਕਦੀ ਚੋਰੀ ਹੁੰਦੀ, ਕਦੀ ਕਾਰ ਚੁੱਕੀ ਜਾਂਦੀ, ਕਦੀ ਸਾਡੇ ਤੇ ਕੁਝ ਹੋਰ, ਸਾਡੇ ਘਰ 'ਚ ਆ ਕੇ ਕੁਝ ਸਾਡੀ ਬੁੱਢੀ ਦੀ ਚੇਨ ਖਿੱਚ ਲਈ, ਕਿਸੇ ਨੂੰ ਮਾਰਤਾ, ਇਹ ਸਾਰਾ ਕੁਝ ਹੁੰਦਾ। ਮੈਂ ਇਹ ਲੱਗਦਾ ਕਿ ਜੇ ਅਸੀਂ ਸਮਾਜ ਹੀ ਸੁਧਾਰਾਂਗੇ ਨਹੀਂ ਤੇ ਇਹੋ ਜਿਹੀਆਂ ਬਦਫੈਲੀਆਂ, ਇਹੋ ਜਿਹੀਆਂ ਬਦਅਮਨੀਆਂ, ਇਹੋ ਜਿਹੀਆਂ ਸਾਰਾ ਕੁਝ ਬਹੁਤ ਅੱਗੇ ਵਧੂਗਾ। ਔਰ ਸਾਡਾ ਜੋ ਇਸ ਵੇਲੇ ਜਿੱਧਰ ਨੂੰ ਅਸੀਂ ਜਾ ਰਹੇ ਹਾਂ, ਪੇਂਡੂ ਤਾਣਾ ਬਾਣਾ ਟੁੱਟ ਰਿਹਾ, ਅਰਬਨ ਦੇ ਵਿੱਚ ਕੋਈ ਕਿਸੇ ਦਾ ਕੋਈ ਹੱਥ ਫੜਨ ਲਈ ਤਿਆਰ ਨਹੀਂ, ਹਰ ਕੋਈ ਇੱਕ ਬਿਲਕੁਲ ਬਲਾਈਂਡ ਰੇਸ ਲੱਗੀ ਹੋਈ ਹੈ। ਜਦੋਂ ਵੱਡੀ ਗਿਣਤੀ ਵਿੱਚ ਬੱਚੇ ਇਹਨਾਂ ਦੀ ਮਾੜੀ ਹਾਲਤ ਦੇ ਵਿੱਚ ਸੋਝੀ ਸੰਭਾਲ ਰਹੇ ਨੇ, ਉਹ ਵੱਡੇ ਹੋ ਕੇ ਕੀ ਕਰਨਗੇ? ਜੋ ਵੀ ਕਰਨਗੇ ਉਹਦੇ ਲਈ ਉਹ ਕਸੂਰਵਾਰ ਨਹੀਂ ਹੋਏਗਾ, ਪਰ ਸਮਾਜ ਤੇ ਕਸੂਰਵਾਰ ਹੋਏਗਾ ਨਾ, ਜਿਨ੍ਹਾਂ ਨੇ ਉਹਨਾਂ ਨੂੰ ਉਹ ਮਾਹੌਲ ਮੁਹੱਈਆ ਕੀਤਾ ਜਿਸ ਦੇ ਵਿੱਚ ਉਹ ਉਸ ਕਿਸਮ ਦੇ ਬਣੇ। ਇੱਥੋਂ ਤੱਕ ਕਿ ਜਿਹੜੇ ਮਾਂ-ਬਾਪ ਵੀ ਹੈਗੇ ਉਹ ਖੁਦ ਵੀ ਇੱਕ ਇਹੋ ਜਿਹੀ ਵਿਕਟਮ ਆ ਇਸ ਕਿਸਮ ਦੇ ਮਾਹੌਲ ਦੇ। ਉਹ ਖੁਦ ਬੱਚਿਆਂ ਨੂੰ, ਹੁਣ ਤੁਸੀਂ ਸਕੂਲ 'ਚ ਪੜ੍ਹਾਉਣ ਦੀ ਜਗ੍ਹਾ, ਨਾਰਮਲ ਸਕੂਲ 'ਚ ਪੜ੍ਹਾਉਣ ਦੀ ਜਗ੍ਹਾ ਸਕੂਲ 'ਚ ਦਾਖਲਾ ਦੇ ਕੇ 3-3 4-4 ਜਗ੍ਹਾ ਟਿਊਸ਼ਨਾਂ ਪੜ੍ਹਾਉਂਦੇ ਆ। ਉੱਥੇ ਟਿਊਸ਼ਨਾਂ ਪੜ੍ਹਦੇ ਬੱਚੇ ਕੀ ਨਹੀਂ ਪੜ੍ਹਦੇ, ਕੀ ਨਹੀਂ ਹੁੰਦਾ, ਕੁਝ ਨਹੀਂ ਪਤਾ ਚੱਲ ਰਿਹਾ। ਬੱਚਿਆਂ ਦੇ ਉੱਤੇ ਇੰਨਾ ਇੱਕ ਕਿਸਮ ਦਾ ਜ਼ੁਲਮ ਹੈ, ਖਾਸ ਕਰ ਉਹ ਹੋ ਰਿਹਾ ਜ਼ਿਆਦਾ, ਮੈਂ ਤਾਂ ਕਹਿੰਦਾ ਮਾਂ-ਬਾਪ ਵੱਲੋਂ ਹੀ ਆ। ਮਾਂ-ਬਾਪ ਖੁਦ ਇੱਕ ਲਾਰਜਰ ਸਮਾਜ ਦਾ ਸ਼ਿਕਾਰ ਹੈ। ਇਹ ਪੂਰੀ ਕੜੀ ਹੈ, ਜੇ ਅਸੀਂ ਇਸ ਨੂੰ ਤੋੜ ਕੇ ਅਲੱਗ-ਅਲੱਗ ਕਰਕੇ ਦੇਖ ਕੇ ਔਰ ਉਸ ਨੂੰ ਸੁਧਾਰਾਂਗੇ ਨਹੀਂ ਤੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਛੇਤੀ ਇਹਨੂੰ ਰੋਕ ਪਾਵਾਂਗੇ। ਗਗਨ, ਵੈਸੇ ਤੇ ਮਨਜੀਤ ਹੋਣਾ ਦੇ ਬੱਚੇ ਵੀ ਆਪਣੇ ਏਜ ਗਰੁੱਪ ਦੇ ਵਿੱਚ ਹੀ ਨੇ, ਜਿਸ ਏਜ ਗਰੁੱਪ ਦੇ ਵਿੱਚ ਸਾਡੇ ਬੱਚੇ ਨੇ, ਪਰ ਇਸ ਮਾਹੌਲ ਦੇ ਵਿੱਚ ਬੱਚਿਆਂ ਪ੍ਰਤੀ ਜਿਹੜੀ ਮਾਪਿਆਂ ਦੀ ਜ਼ਿੰਮੇਵਾਰੀ ਹੈ ਉਹ ਕੁਝ ਵੱਧ ਗਈ ਹੈ। ਇੱਕ ਤਾਂ ਘਰ ਦੇ ਵਿੱਚ ਤੁਸੀਂ ਉਹਨਾਂ ਦਾ ਕੀ ਦੇਖਭਾਲ ਕਰਦੇ ਹੋ, ਦੂਜਾ ਸਮਾਜਿਕ ਜੀਵ ਵਜੋਂ ਅਸੀਂ ਉਹਨਾਂ ਨੂੰ ਕਿਸ ਕਿਸਮ ਦੇ ਬਣਾਉਣਾ ਚਾਹੁੰਦੇ ਹੋ, ਕੀ ਤੁਸੀਂ ਕਹਿਣਾ ਚਾਹੋਗੇ ਇਸ ਮੁੱਦੇ ਤੇ? ਇਹਦੇ ਵਿੱਚ ਮੇਰਾ ਖਿਆਲ ਇਹ ਹੈ ਕਿ ਇੱਕ ਪਹਿਲਾਂ ਜੁਆਇੰਟ ਸਿਸਟਮ ਹੁੰਦਾ ਸੀ, ਹੁਣ ਨਿਊਕਲੀਅਰ ਫੈਮਿਲੀਜ਼ ਹੋਣ ਦੇ ਕਾਰਨ, ਆਪਾਂ ਬੱਚਿਆਂ ਨੂੰ ਵਰਕਿੰਗ ਕਲਾਸ ਹੋਣ ਦੇ ਕਾਰਨ, ਹਸਬੈਂਡ ਵਾਈਫ ਦੋਨੋਂ ਵਰਕਿੰਗ ਨੇ, ਤਾਂ ਉਹਨਾਂ ਨੂੰ ਬੱਚਿਆਂ ਦੀ ਸਿਕਿਉਰਿਟੀ ਦਾ ਡਰ ਰਹਿੰਦਾ। ਅੱਗੇ ਜੇ ਜੁਆਇੰਟ ਫੈਮਿਲੀ ਦੇ ਵਿੱਚ ਦਾਦਾ ਦਾਦੀ ਜਾਂ ਨਾਨਾ ਨਾਨੀ ਥੋੜੇ ਨਾਲ ਹੁੰਦੇ ਸੀ ਤਾਂ ਬੱਚਿਆਂ ਦੀ ਸਿਕਿਉਰਿਟੀ ਦਾ ਇੰਨੀ ਖਤਰਾ ਨਹੀਂ ਸੀ ਹੁੰਦਾ। ਹੁਣ ਇਸ ਮਾਮਲੇ ਵਿੱਚ ਜੋ ਤੁਸੀਂ ਇੱਕ ਗੱਲ ਲੁਧਿਆਣੇ ਵਾਲੀ ਗੱਲ ਮੈਂ ਦੁਬਾਰਾ ਉੱਥੇ ਤਾਂ ਆ ਰਹੀ ਹਾਂ ਕਿ ਇਹਦੇ ਵਿੱਚ ਇੱਕ ਪਾਵਰਟੀ ਰੀਜ਼ਨ ਤਾਂ ਹੈ ਹੀ ਹੈ ਕਿ ਉਹਨਾਂ ਨੇ ਪਾਵਰਟੀ ਕਾਰਨ ਵੇਚਿਆ। ਪਰ ਦੂਜਾ ਜਿਹੜਾ ਤੁਸੀਂ ਦੱਸਿਆ ਮੈਰਿਜ ਦੀ ਗੱਲ ਹੈ, ਪਰ ਜਦੋਂ ਤੁਸੀਂ ਕਿਹਾ ਨਾ ਕਿ ਵੀ ਉਹ ਜੁੜਿਆ ਹੋਇਆ ਸਮਾਜ ਸੀ, ਜਦੋਂ ਸਾਂਝੇ ਟੱਬਰ ਸੀਗੇ, ਉੱਥੇ ਵੇਚਿਆ ਵੀ ਨਾਨੇ ਨੇ। ਉਹੀ ਮੈਂ ਉੱਥੇ ਗੱਲ ਲੈ ਕੇ ਆ ਰਹੀ ਹਾਂ ਕਿ ਜਦੋਂ ਆਪਾਂ ਇਸ ਕੇਸ ਨਾਲ ਦੇਖੀ ਜਾਵੇ, ਇੱਕ ਪਾਵਰਟੀ ਦੀ ਤੁਸੀਂ ਗੱਲ ਕੀਤੀ, ਇਹਦੇ ਵਿੱਚ ਇੱਕ ਦੂਸਰਾ ਕਾਰਨ ਵੀ ਹੈ ਜਿਹਦੇ ਵਿੱਚ ਫਿਰ ਸਾਡਾ ਸਮਾਜ ਜ਼ਿੰਮੇਵਾਰ ਹੈ। ਉਸ ਨਾਨੇ ਨੂੰ ਜੋ ਖਬਰ ਆਈ ਹੈ ਉਹਦੇ ਵਿੱਚ ਇਹ ਹੈ ਕਿ ਉਸ ਦੀ ਜਿਹੜੀ ਕੁੜੀ ਸੀ ਉਹ ਡਾਈਵੋਰਸ ਹੋ ਗਿਆ ਸੀ ਸਾਲ ਬਾਅਦ, ਤੇ ਉਹ ਉਸ ਲੜਕੀ ਦੀ ਆਪਣੀ ਦੀ ਸੈਕਿੰਡ ਮੈਰਿਜ ਕਰਨਾ ਚਾਹੁੰਦਾ ਸੀ ਜਿਹਦੇ ਵਿੱਚ ਉਹ ਬੱਚਾ
ਰਾਹ ਦੇ ਵਿੱਚ ਰੁਕਾਵਟ ਸੀ। ਜੀ। ਔਰ ਉਸਨੇ ਇਹ ਵੀ ਜਦੋਂ ਆਫਟਰ ਡਿਵੋਰਸ ਦੇ ਵਿੱਚ ਜਦੋਂ ਉਹਨੇ ਅਬੋਰਸ਼ਨ ਵੀ ਕਰਾਉਣ ਦੀ ਫਾਦਰ ਨੇ ਆਪਣੀ ਬੇਟੀ ਨੂੰ ਕਿਹਾ ਕਿ ਜਦੋਂ ਤੇਰਾ ਉਸਦੇ ਨਾਲ ਡਿਵੋਰਸ ਹੋ ਗਿਆ ਤਾਂ ਮਤਲਬ ਕਿਸੇ ਵੀ ਹਾਲਤ ਦੇ ਵਿੱਚ ਜੋ ਵੀ ਬਲਕਿ ਉਹ ਮੈਰਿਜ ਕਰਵਾਉਣਾ ਚਾਹੁੰਦਾ ਸੀ। ਇਹਦੇ ਪਿੱਛੇ ਵੀ ਸਾਡਾ ਸੋਸਾਇਟੀ ਜ਼ਿੰਮੇਵਾਰ ਹੈ ਕਿ ਇੱਕ ਬੱਚੀ ਵਾਲੀ ਲੇਡੀ ਦੀ ਦੁਆਰੀ ਮੈਰਿਜ ਨਹੀਂ ਹੋ ਮਤਲਬ ਸਕਦੀ। ਕੁੱਲ ਮਿਲਾ ਕੇ ਇਹ ਗੱਲ ਹੈ ਕਿ ਵੀ ਅਸੀਂ ਉਹਨਾਂ ਨੂੰ ਸਿਰਫ ਬਤੌਰ ਕਸੂਰਵਾਰ ਨਹੀਂ ਦੇਖ ਸਕਦੇ, ਉਹਨਾਂ ਨੂੰ ਅਸੀਂ ਪੀੜਤ ਦੇ ਤੌਰ ਦੇ ਉੱਤੇ ਵੀ ਦੇਖਣਾ ਹੋਵੇਗਾ। ਦੇਖ ਸਕਦੇ ਹਾਂ ਕਿ ਜੇ ਆਪਾਂ ਦੇਖੀਏ ਕਿ ਇੱਕ ਫਾਦਰ ਆਪਣੀ ਬੇਟੀ ਨੂੰ ਕਹਿੰਦਾ ਵੀ ਇਹ ਮੇਰੇ ਬਗੈਰ ਕੱਲੀ ਬਾਅਦ 'ਚ ਕਿਸ ਤਰ੍ਹਾਂ ਰਹੇਗੀ ਤੇ ਬੱਚੇ ਕਰਕੇ ਉਹਦੀ ਮੈਰਿਜ ਨਹੀਂ ਹੋ ਰਹੀ, ਉੱਥੇ ਫਿਰ ਸਾਡਾ ਸਮਾਜ ਜ਼ਿੰਮੇਵਾਰ ਆ ਗਿਆ ਕਿਉਂਕਿ ਇੱਕ ਬੱਚੇ ਵਾਲੀ ਲੇਡੀ ਦਾ ਮੈਰਿਜ ਹੋਣੀ ਬਹੁਤ ਮੁਸ਼ਕਿਲ ਹੈ। ਹਾਂਜੀ ਪ੍ਰਮੋਦ ਜੀ, ਵਾਪਸ ਤੁਹਾਡੇ ਤੇ ਉਹੀ ਸਵਾਲ ਜਿਹੜਾ ਮੈਂ ਪਹਿਲਾਂ ਪੁੱਛਿਆ ਸੀ, ਕਿਉਂਕਿ ਕੁੱਲ ਮਿਲਾ ਕੇ ਲੱਗਦਾ ਇਹ ਹੈ ਕਿ ਵੀ ਜਿਹੜਾ ਸ਼ਹਿਰੀ ਮੱਧ ਵਰਗ ਹੈ ਉਹ ਤਾਂ ਆਪਣੇ ਮਤਲਬ ਕੰਮਾਂ ਦੇ ਵਿੱਚ ਹੀ ਇੰਨਾ ਰੁੱਝਿਆ ਹੋਇਆ ਕਿ ਬੱਚੇ ਨਜ਼ਰਅੰਦਾਜ਼ ਹੋ ਰਹੇ ਨੇ, ਜੋ ਗਰੀਬ ਹੈਗਾ ਉਹਨਾਂ ਦੇ ਬੱਚੇ ਨਜ਼ਰਅੰਦਾਜ਼ ਹੋ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਸ਼ਹਿਰ ਦੇ ਵਿੱਚ ਜੇ ਉਹ 4 ਟਿਊਸ਼ਨਾਂ ਪੜ੍ਹਨ ਲਈ ਮਜਬੂਰ ਨੇ ਤੇ ਪਿੰਡ ਦੇ ਵਿੱਚ ਉਹ ਬਿਲਕੁਲ ਹੀ ਪੜ੍ਹਨ ਲਈ ਉਹ ਨਹੀਂ ਹੈਗੇ। ਤੇ ਇੱਕ ਤਬਕੇ ਦੀ ਗੱਲ ਕੀਤੀ ਹੈ ਜਿਹੜਾ ਸੜਕ ਤੇ ਭੀਖ ਮੰਗ ਰਿਹਾ। ਇਹ ਸਾਰੇ ਤਬਕਿਆਂ ਨੂੰ ਕਿਸ ਤਰੀਕੇ ਨਾਲ ਇੱਕ ਬਿਹਤਰ ਮਾਹੌਲ ਮੁਹੱਈਆ ਹੋ ਸਕਦਾ ਹੈ, ਇਹਦੀ ਕਿਤੇ ਆਸ ਨਜ਼ਰ ਆਉਂਦੀ ਹੈ? ਨੋ ਡਾਊਟ ਫਿਊਚਰ ਬਾਰੇ ਪੋਜ਼ਿਟਿਵ ਹੋਣਾ ਬੜੀ ਚੰਗੀ ਗੱਲ ਹੈਗੀ ਹੈ, ਪਰ ਪ੍ਰੈਜ਼ੈਂਟ ਮਾਹੌਲ ਦੇਖ ਕੇ ਤਾਂ ਆਸ ਓਨੀ ਨਹੀਂ ਜਾਗਦੀ। ਪਰ ਮੈਨੂੰ ਲੱਗਦਾ ਹੈ ਕਿ ਸਮਾਂ ਆ ਗਿਆ ਹੈ ਕਿ ਜਿਵੇਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਨੈਸ਼ਨਲ ਐਸੈਟ ਡਿਕਲੇਅਰ ਹੋਣਾ ਚਾਹੀਦਾ ਹੈ ਤੇ ਨਾ ਕੇਵਲ ਉਹ ਡਿਕਲੇਅਰ ਹੋਣ ਬਲਕਿ ਦੇਖੋ ਪ੍ਰਮੋਦ ਜੀ, ਜਿਹੜੀ ਇਹ ਗੱਲ ਹੈ ਨਾ ਕਿ ਵੀ ਬੱਚਿਆਂ ਨੂੰ ਅਸੀਂ ਆਪਣਾ ਕੌਮੀ ਸਰਮਾਇਆ ਐਲਾਨ ਕਰੀਏ, ਮੈਨੂੰ ਯਾਦ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਸਕੂਲਾਂ ਦੇ ਵਿੱਚ ਨਾਅਰੇ ਲੱਗਦਾ ਸੀ ਅੱਜ ਦੇ ਬੱਚੇ ਕੱਲ ਦੇ ਨੇਤਾ। ਉਹ ਕਹਿਣ ਦੇ ਵਿੱਚ ਜਾਂ ਕਾਗਜ਼ੀ ਰੂਪ ਦੇ ਵਿੱਚ ਅਸੀਂ ਕਦੇ ਇਸ ਗੱਲ ਮਤਲਬ 100% ਫਿਊਚਰ ਜਿਹੜਾ ਸਾਡਾ 100% ਫਿਊਚਰ ਇਸ ਦੇਸ਼ ਦਾ ਉਹ ਤਾਂ ਬੱਚੇ ਹੀ ਹੈ ਨਾ ਜੀ। ਤੇ ਉਹਨਾਂ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ, ਕੁਆਲਿਟੀ ਨਿਊਟ੍ਰੀਸ਼ਨ, ਮਤਲਬ ਹਰ ਚੀਜ਼ ਉਹਨਾਂ ਨੂੰ ਇਸ ਦੇਸ਼ 'ਚ ਮਿਲੇ, ਉਹ ਇੱਕ ਮਾਹੌਲ ਮਿਲੇ ਕਿ ਆਪਣਾ ਜਿੰਨਾ ਪੋਟੈਂਸ਼ੀਅਲ ਉਹਨਾਂ ਦਾ ਹੈਗਾ ਉਸ 'ਚ ਉਹ ਅੱਗੇ ਵੱਧ ਸਕਣ। ਤੇ ਹੁਣ ਅਸੀਂ ਜਿਵੇਂ ਦੇਖਦੇ ਆ ਸਾਡਾ ਚੰਡੀਗੜ੍ਹ ਇੱਕ ਮਾਡਰਨ ਸ਼ਹਿਰ ਗਿਣਿਆ ਜਾਂਦਾ ਹੈ, ਪਰ ਉਸ 'ਚ ਵੀ ਸਵੇਰੇ ਸਕੂਲ ਜਾਂਦੇ ਬੱਚਿਆਂ ਨੂੰ ਵੇਖਦੇ ਆ ਕਿਵੇਂ 3 ਵੀਲਰ 'ਚ ਭਰੇ ਹੋਏ ਆ ਤੇ ਕਿੱਦਾਂ ਜਿਹੜੀਆਂ ਸਕੂਲ ਬੱਸਸ ਹੈਗੀਆਂ ਉਸ 'ਚ ਉਹਨਾਂ ਦੇ ਬੱਚਿਆਂ ਦਾ ਕੀ ਹਾਲ ਜਾਂ ਸਕੂਲਾਂ 'ਚ ਕੀ ਫੈਸਿਲਿਟੀਜ਼ ਹੈਗੀਆਂ ਤੇ ਸ਼ਾਇਦ ਸਟੇਟ 'ਚ ਤਾਂ ਉਹਨਾਂ ਵੀ ਮੁਹੱਈਆ ਨਹੀਂ ਹੋਏਗਾ। ਪਿੱਛੇ ਜਲੰਧਰ 'ਚ ਇੱਕ ਰੋਡ ਐਕਸੀਡੈਂਟ ਹੋਇਆ, 11 ਬੱਚੇ ਸਕੂਲ ਦੇ ਮਾਰੇ ਗਏ, ਤਾਂ ਲੋਕਾਂ ਨੂੰ ਇਹ ਖਿਆਲ ਆਇਆ ਕਿ ਹਾਂ ਇਹਨਾਂ ਦੀ ਕੋਈ ਸੇਫਟੀ ਦਾ ਬੰਦੋਬਸਤ ਵੀ ਹੋਣਾ ਚਾਹੀਦਾ ਹੈਗਾ, ਕੁਝ ਨੋਰਮਸ ਵੀ ਹੋਣੇ ਚਾਹੀਦੇ ਆ ਜਿਹੜੇ ਲੋਕ ਟਰਾਂਸਪੋਰਟ ਦੇ ਬਿਜ਼ਨਸ 'ਚ ਇਨਵੋਲਵ ਹੈਗੇ। ਤੇ ਮੈਨੂੰ ਲੱਗਦਾ ਹੁਣ 60 ਸਾਲ ਇੱਕ ਬਹੁਤ ਲੰਬਾ ਸਮਾਂ ਹੋ ਗਿਆ ਦੇਸ਼ ਦੀ ਆਜ਼ਾਦੀ ਨੂੰ ਤੇ ਅੱਜ ਦੇ ਟਾਈਮ ਤਾਂ ਸਾਨੂੰ ਇਹ ਸਾਰਿਆਂ ਨੂੰ ਮਿਲ ਕੇ ਇਹਦੇ ਵਾਸਤੇ ਇੱਕ ਹੋਣਾ ਚਾਹੀਦਾ। ਹਾਂਜੀ ਮਨਜੀਤ ਜੀ, ਜਿਹੜੀ ਗੱਲ ਆਪਾਂ ਸਾਰੀ ਇੱਕ ਘਟਨਾ ਤੋਂ ਸ਼ੁਰੂ ਕੀਤੀ ਸੀ ਤੇ ਉਹਦੇ ਨਾਲ ਦਿੱਲੀ ਦੀ ਘਟਨਾ ਜੋੜ ਕੇ ਤੇ ਤਮਾਮ ਗੱਲਾਂ ਜੋੜ ਕੇ ਉਹਦੇ ਵੱਖਰੇ ਪਸਾਰ ਸਾਡੇ ਸਾਹਮਣੇ ਖੁੱਲ੍ਹ ਕੇ ਨਜ਼ਰ ਆ ਗਿਆ। ਸਾਨੂੰ ਇਹ ਲੱਗ ਰਿਹਾ ਕਿ ਵੀ ਘਟਨਾ ਜਿਹੜਾ ਇਹ ਮਾਮਲਾ ਹੈ ਇਹ ਸਿਰਫ ਉਹਨਾਂ ਨਹੀਂ ਹੈਗਾ, ਉਹ ਤੋਂ ਬਹੁਤ ਵੱਡਾ ਹੈਗਾ ਤੇ ਹਰ ਪੱਧਰ ਦੇ ਉੱਤੇ ਕਿਸੇ ਨਾ ਕਿਸੇ ਪਹਿਲ ਕਦਮੀ ਦੀ ਲੋੜ ਹੈਗੀ ਆ। ਤੁਸੀਂ ਹੁਣ ਇਹ ਦੱਸੋ ਕਿ ਵੀ ਕਿਸ ਕਿਸਮ ਦੀਆਂ ਪਹਿਲ ਕਦਮੀਆਂ ਕਿਸ ਅਦਾਰੇ ਤੋਂ, ਕੇਂਦਰ ਸਰਕਾਰ ਤੋਂ, ਸੂਬਾ ਸਰਕਾਰ ਤੋਂ ਕਿੱਥੋਂ ਹੋ ਸਕਦੀਆਂ ਨੇ? ਨਹੀਂ, ਮੈਨੂੰ ਇਹ ਲੱਗਦਾ ਕਿ ਕੁਝ ਚੀਜ਼ਾਂ ਜਿਹੜੀਆਂ ਬੇਸਿਕ ਅਮੈਨਿਟੀਜ਼ ਆ ਹਿਊਮਨ ਲੈਵਲ ਤੇ ਉਹ ਤੇ ਬਿਲਕੁਲ ਪ੍ਰਾਈਵੇਟਾਈਜ਼ ਨਹੀਂ ਕਰਨੀਆਂ ਚਾਹੀਦੀਆਂ ਜੀ। ਮਸਲਨ ਜਿਸ ਤਰ੍ਹਾਂ ਐਜੂਕੇਸ਼ਨ, ਹੈਲਥ, ਕਮਿਊਨੀਕੇਸ਼ਨ, ਟਰਾਂਸਪੋਰਟ, ਫਾਈਨੈਂਸ, ਇਹ 5-4 ਬਹੁਤ ਅਹਿਮ ਮਹਿਕਮੇ ਮਤਲਬ ਇਹ ਜਿਹੜੇ ਬੁਨਿਆਦੀ ਮਸਲੇ ਨੇ ਇਹਨਾਂ ਦੀ ਪਹੁੰਚ ਹਰ ਬੰਦੇ ਤੱਕ ਹੋਣੀ ਚਾਹੀਦੀ ਆ। ਅੱਜ ਦੇ ਯੁੱਗ ਦੇ ਵਿੱਚ ਫਾਈਨੈਂਸ ਬਹੁਤ ਅਹਿਮ ਆ। ਜੇ ਅਮਰੀਕਾ ਡੁੱਬਾ ਤੇ ਉਹ ਫਾਈਨੈਂਸ ਪ੍ਰਾਈਵੇਟ ਕੀਤਾ ਹੋਇਆ ਸੀ, ਉਹਨਾਂ ਨੇ ਲਾਲਚ ਦੇ ਵਿੱਚ ਇੰਨੀਆਂ ਕੀਮਤਾਂ ਵਧਾਤੀਆਂ ਸੀਗੀਆਂ। ਸਾਡੇ ਦੇਸ਼ ਵਿੱਚ ਅਸੀਂ ਉਹ ਇੱਕ ਕਮਲੀ ਦੂਜੀ ਚੱਲ ਪਈ ਸ਼ਿਵਿਆਂ ਦੇ ਰਾਹ। ਸਾਡੇ ਦੇ ਹਾਲਤ ਹੈ ਕਿ ਅਸੀਂ ਆਪਣੇ ਆਪ ਨੂੰ ਉਹਨਾਂ ਤੋਂ ਕੁਝ ਸਿੱਖਣ ਦੀ ਜਗ੍ਹਾ ਜੋ ਉਹਨਾਂ ਨੇ ਕਮਲਵਾਦ ਕੀਤਾ ਅਸੀਂ ਉਧਰ ਨੂੰ ਚੱਲੇ ਹੋਏ ਆ। ਜੇ ਬੇਸਿਕ ਅਮੈਨਿਟੀਜ਼ ਅਸੀਂ ਇਹ ਸਾਰੀਆਂ 5-4 ਚੀਜ਼ਾਂ ਜਿਹੜੀਆਂ ਬੇਸਿਕ ਹਰ ਬੰਦੇ ਦੀ ਜ਼ਰੂਰਤ ਆ, ਉਹ 'ਚ ਕੋਈ ਵੀ ਹੋਵੇ ਗਰੀਬ ਅਮੀਰ, ਉਹ ਪਬਲਿਕ ਸੈਕਟਰ 'ਚ ਰੱਖ ਕੇ ਬਾਕੀ ਜੋ ਮਰਜ਼ੀ ਇਹਨਾਂ ਨੇ ਕਰਨਾ ਕਰੀ ਜਾਣ ਤੇ ਤਾਂ ਇਹ ਦੇਸ਼ ਬਚ ਸਕਦਾ। ਜਿੱਧਰ ਨੂੰ ਇਹ ਹੁਣ ਚੱਲੇ ਹੋਏ ਆ, ਗਰੀਬ ਤੇ ਬਿਲਕੁਲ ਮਰਿਆਂ ਵਾਂਗੂ ਤੁਰਿਆ ਫਿਰਦਾ, ਉਹਦੇ 'ਚ ਕੋਈ ਜੀ ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ ਕਿ ਵੀ ਮਤਲਬ ਇੱਕ ਕਮਲੀ ਦੇ ਤੁਰ ਪਈ ਸਿਵਿਆਂ ਦੇ ਰਾਹ। ਹੁਣ ਇੱਕ ਤਾਂ ਰਾਹ ਵੀ ਬਦਲਣਾ ਪਊਗਾ ਤੇ ਦੂਜਾ ਆਪਣੇ ਕਮਲ ਦਾ ਵੀ ਧਿਆਨ ਰੱਖਣਾ ਪਊਗਾ। ਤੁਸੀਂ ਸਾਰੇ ਅੱਜ ਦੀ ਚਰਚਾ 'ਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਦੋਂ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਮਤਲਬ ਜ਼ਿੰਮੇਵਾਰੀ ਹੁੰਦਾ ਹੈ। ਦਰਦਮੰਦ ਮਨੁੱਖ ਵਜੋਂ ਬੱਚਿਆਂ ਦੀ ਸੁਹਿਰਦ ਦੇਖਭਾਲ। ਬੱਚਿਆਂ ਨੇ ਸ਼ਿਕਾਇਤ ਨਹੀਂ ਕਰਨੀ, ਨਾ ਹੀ ਉਹਨਾਂ ਨੇ ਬਰਾਬਰੀ ਕਰਨੀ ਹੈ। ਹਾਂ, ਜਦੋਂ ਉਹ ਵੱਡੇ ਹੋਣਗੇ ਤਾਂ ਉਹ ਮਨਮਰਜ਼ੀ ਜ਼ਰੂਰ ਕਰਨਗੇ, ਜਿਸ ਤੋਂ ਦੁਖੀ ਹੋ ਕੇ ਅਸੀਂ ਜੇਲ੍ਹਾਂ, ਥਾਣਿਆਂ ਤੋਂ ਲੈ ਕੇ ਸਖਤ ਕਾਨੂੰਨਾਂ ਅਤੇ ਪਾਗਲਖਾਨਿਆਂ ਦਾ ਬੰਦੋਬਸਤ ਕਰਾਂਗੇ। ਅਸੀਂ ਹੁਣੇ ਤੈਅ ਕਰ ਲਈਏ ਕਿ ਕਿਹੋ ਜਿਹਾ ਸਮਾਜ ਹੈ ਜਿਸ ਵਿੱਚ ਅਸੀਂ ਰਹਿਣਾ ਚਾਹੁੰਦੇ ਹਾਂ। ਉਹ ਸਮਾਜ ਜੋ ਜਵਾਨ ਹੁੰਦੇ ਬੱਚਿਆਂ ਤੋਂ ਡਰਿਆ ਹੋਇਆ ਕਾਨੂੰਨ ਦਾ ਸਹਾਰਾ ਲੈਂਦਾ ਏ, ਜਾਂ ਉਹ ਸਮਾਜ ਜੋ ਬੱਚਿਆਂ ਦਾ ਧਿਆਨ ਰੱਖਦਾ ਏ ਤੇ ਉਹਨਾਂ ਨੂੰ ਜ਼ਿੰਮੇਵਾਰੀ ਤੇ ਅਹਿਸਾਸ ਨਾਲ ਭਰੇ ਹੋਏ ਮਨੁੱਖ ਵਜੋਂ ਪਾਲਦਾ ਏ। ਨਮਸਕਾਰ,
ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।